कृपा हो गई तेरी मालका, आज संगिया कार संगिया कृपा हो गई तेरी मालका, आज संगिया कार संगिया कृपा हो गई तेरी मालका, आज संगिया कार संगिया कृपा हो गई तेरी मालका, 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 आज संगिया कार संगिया कृपा हो गई तेरी मालका, आज संगिया कार संगिया कृपा हो गई तेरी मालका, आज संगिया कार संगिया कृपा हो गई तेरी मालका, आज संगिया कार संगिया कृपा हो गई तेरी मालका, पल के उठ पराहना मेरे घर आवो, पाओ पखाला साज के मन तन नत पावो, नाम सुने नाम संग्रह नामे लिवलावो, गृह धन सब पवित्र होए हर के गुण गावो, हर नाम व्यापारी नानका, बड़ भागी पावो, धन सुकागद कलम तन तन पांडा तन मास, धन लिखारी नानका, जन नाम लिखाया सच, आज संगिया कार संगिया कृपा हो गई तेरी मालका, आज संगिया कार संगी कृपा हो गई तेरी मालका, आज संगिया कार संगिया कृपा हो गई तेरी मालका, आज संगिया कार संगिया कृपा हो गई तेरी मालका, मेरे प्यारे 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 कृपा हो गई तेरी
ਸਾਧ ਸੰਗਤ ਜੀਓ, ਜਿਹੜਾ ਅੱਜ ਆਪਾਂ ਨੂੰ ਸਮਾਂ ਪ੍ਰਾਪਤ ਹੋਇਆ ਹੈ ਭਾਈ, ਇਹ ਆਪਾਂ ਨੂੰ ਉਸ ਵਕਤ ਪ੍ਰਾਪਤ ਹੁੰਦਾ ਹੈ ਜਿਸ ਵਕਤ ਆਪਣੇ ਮੱਥੇ ਦੇ ਭਾਗ ਅਤੀ ਚੰਗੇ ਹੁੰਦੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਤੇ ਆਪਣੇ ਵੱਡੇ ਮਹਾਂਪੁਰਸ਼ਾਂ ਨੇ ਆਪਣੇ ਸਰੀਰ ਨੂੰ ਕਾਹਟਾਂ ਤਕਲੀਫਾਂ ਦੇ ਕਰਕੇ ਭਾਈ ਤਦ ਇਸ ਮਾਰਗ ਨੂੰ ਚਲਾਇਆ। ਤੇ ਦੂਸਰੇ ਪਾਸੇ ਸਰਦਾਰ ਮਨਜੀਤ ਸਿੰਘ ਜੀ ਦੇ ਤਥਾ ਸਾਰੇ ਪਰਿਵਾਰ ਨੇ ਰਲ ਮਿਲ ਕੇ ਭਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਕੇ ਸਤਿਗੁਰ ਜੀ ਦੇ ਚਰਨ ਅਤੇ ਸਾਧ ਸੰਗਤ ਜੀ ਦੇ ਚਰਨ ਪਵਾ ਕਰਕੇ ਆਪਣੇ ਗ੍ਰਹਿ ਨੂੰ ਪਵਿੱਤਰ ਕਰਵਾਇਆ। ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੱਥੇ ਵੀ ਆਪਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਭਾਈ, ਅਤੇ ਦਰਗਾਹ ਦੇ ਵਿੱਚ ਵੀ ਆਪਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ। ਤੇ ਆਓ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਕੁਝ ਸਮੇਂ ਵਾਸਤੇ ਗੁਰੂ ਘਰ ਦੀ ਵਿਚਾਰ ਕਰਨੀ ਹੈ ਅਤੇ ਰਲ ਮਿਲ ਕੇ ਸਾਧ ਸੰਗਤ ਕਰਨੀ ਹੈ। ਨਿਰਮਲ ਪੰਥ ਚਲਾਇਆ ਗੁਰ ਨਾਨਕ ਫੇਰੀ ਪਾ ਗਿਆ। 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 ਨਿਰਮਲ ਪੰਥ ਚਲਾਇਆ 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 ਗੁਰ ਨਾਨਕ ਫੇਰੀ ਪਾ ਗਿਆ। ਜੈਸੇ 68 ਤੀਰਥ ਪਾਰ ਸਕਿਓ ਜੁਗ ਚਾਰ ਚੜਿਓ ਕੈਲਾਸ ਰਿਓ। जैसे लखवार कर क्षेत्र में असमेध जागया भांग ठहयो। जैसे कोट वर्ष तप और दम के वे संतर में तन दाहे दियो। फन अमृत नाम विशेष अते जिन एक गुरु कहियो। जिन्ने देश आते ओने तेरे नाम कर कर जय जयकार। जिन्ने देश आते ओने तेरे नाम कर कर जय जयकार। तेरे नाम घर घर जय जयकार।
ਦੇਸ਼ ਉਹਨੇ ਤੇਰੇ ਨਾਮ ਕਰ ਕਰ ਜੈ ਜੈਕਾਰਿਆ ਜਿਨੇ ਦੇਸ਼ ਤੇ ਉਹਨੇ ਤੇਰੇ ਨਾਮ ਕਰ ਕਰ ਜੈ ਜੈਕਾਰਿਆ ਜਿਨੇ ਦੇਸ਼ ਤੇ ਉਹਨੇ ਤੇਰੇ ਨਾਮ ਕਰ ਕਰ ਜੈ ਜੈਕਾਰਿਆ ਆਖਣ ਗੱਲ ਅਮਾਨ ਦੀ ਕਾਜੀ ਮੋਲਾ ਇਕੱਠੇ ਹੋਈ ਵੱਡਾ ਸਾਂਗ ਵਰਤਾਇਆ ਅਲਖ ਨ ਸਕੇ ਕੁਦਰਤ ਕੋਈ ਪੁੱਛਣ ਖੋਲ ਕਿਤਾਬਨੋ ਵੱਡਾ ਹਿੰਦ ਕੇ ਮਸਲਮ ਨੋਈ ਬਾਬਾ ਆਖੀ ਹਾਜੀਆਂ ਸ਼ੁਭ ਅਮਲਾ ਵਾਜਾਂ ਦਵੈ ਰੋਈ ਹਿੰਦ ਮੁਸਲਮਾਨ ਦੋਏ ਹਿੰਦ ਮੁਸਲਮਾਨ ਦੋਏ ਦਰਗਹਿ ਅੰਦਰ ਲੈਨ ਨਟੋਈ ਕੱਚਾ ਰੰਗ ਕਸਮ ਕਾ ਪਾਣੀ ਤੋਤਿਆਂ ਥਿਰ ਨ ਰਹੋਈ ਕਰਨ ਬਖੀਲੀ ਆਪ ਵਿੱਚ ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਨ ਅਲਖ ਅਲੋਈ ਰਾਸਤਾਨੇ ਦਵੈ ਗੋਈ ਜਿਨੇ ਦੇਸ਼ ਅਤੇ ਉਹਨੇ ਤੇਰੇ ਨਾਮ ਕਰ ਕਰ ਜੈ ਜੈਕਾਰਿਆ ਜਿਨੇ ਦੇਸ਼ ਅਤੇ ਉਹਨੇ ਤੇਰੇ ਕਰ ਕਰ ਜੈ ਜੈਕਾਰਿਆ ਸੰਗਤ ਜੀਓ, ਜਿਸ ਵਕਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਣੀ ਮਹਿਤਾ ਕਾਲੂ ਜੀ ਉਹਨਾਂ ਦੇ ਗ੍ਰਹਿ ਵਿਖੇ ਭਾਗ ਲਿਆ। ਅਨੇਕਾਂ ਜਨਮਾਂ ਦੇ ਨਜ਼ਦੀਕੀ ਸੇਵਾਦਾਰ ਭਾਈ ਸਾਹਿਬ ਭਾਈ ਬਾਲਾ ਜੀ ਅਤੇ ਮਰਦਾਨਾ ਜੀ, ਭੈਣ ਨਾਨਕੀ ਜੀ ਅਤੇ ਰਾਏ ਬਲਾਰ ਜੀ ਇਹ ਸਭ ਤੋਂ ਵੱਡੇ ਸੇਵਾਦਾਰ ਹੋ ਚੁੱਕੇ ਹਨ, ਪਹਿਲੇ ਸਤਸੰਗੀ ਸਨ। ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਜਿਸ ਵਕਤ ਬਾਲਕ ਅਵਸਥਾ ਤੇ ਉਪਰੰਤ ਇੱਕ ਦਿਨ ਬਾਲਾ ਜੀ ਨੂੰ ਬੁਲਾਇਆ, ਮਹਿਤਾ ਕਾਲੂ ਜੀ ਨੂੰ। ਕਹਿਣ ਲੱਗੇ ਭਾਈ ਬਾਲਾ ਜੀ,
ਸਾਡੇ ਪੁੱਤਰ ਨੂੰ ਨਾਲ ਲੈ ਜਾਓ ਨਾਨਕ ਨੂੰ, ਇਹ 20 ਰੁਪਈਏ ਲੈ ਜਾਓ। ਇਹਨਾਂ ਦਾ ਸੱਚਾ ਸੌਦਾ ਕਰਕੇ ਆਉਣਾ। ਉਸ ਵਕਤ ਸਾਧ ਸੰਗਤ ਦੀ ਭੈਣ ਨਾਨਕੀ ਜੀ, ਉਹਨਾਂ ਦਾ ਵਿਆਹ ਹੋ ਚੁੱਕਿਆ ਸੀ। ਪਰਮਾਨੰਦ ਦੇ ਪੁੱਤਰ ਭਾਈ ਜੈ ਰਾਮ ਜੀ ਉਹਨਾਂ ਦੇ ਨਾਲ ਵਿਆਹ ਹੋ ਚੁੱਕਿਆ ਸੀ। ਸੁਲਤਾਨਪੁਰ ਦੇ ਰਹਿਣ ਵਾਲੇ ਸਨ। ਜਿਹੜੇ ਜੈ ਰਾਮ ਜੀ ਸਨ ਇਹ ਵੀ ਬਹੁਤ ਦਰਵੇਸ਼ ਲੋਕ ਸਨ। ਇਹੋ ਜਿਹੇ ਦਰਵੇਸ਼ ਘਰ ਘਰ ਹੋਣੇ ਚਾਹੀਦੇ। ਗੁਰੂ ਨਾਨਕ ਦੇਵ ਜੀ ਉਹਨਾਂ ਦੀਆਂ ਸਿਫਤਾਂ ਤਾਂ ਦਰਸ਼ਾਂ ਦੇ ਪੱਤੇ ਵੀ ਕਰਦੇ ਹਨ। ਜਿਹੜੇ ਜਲਾਂ ਦੇ ਵਿੱਚ ਜੀਵ ਹਨ ਉਹ ਵੀ ਸਿਫਤਾਂ ਕਰਦੇ ਹਨ। ਤੇ ਜਿਹੜੇ ਜੈ ਰਾਮ ਜੀ ਸਨ ਇਹ ਵੀ ਬਹੁਤ ਵੱਡੇ ਦਰਵੇਸ਼ ਲੋਕ ਸਨ। ਇਹ ਵੀ ਨੌਕਰੀ ਕਰਦੇ ਸਨ ਦੌਲਤ ਖਾਂ ਦੀ, ਪਟਵਾਰੀ ਦਾ ਕੰਮ ਕਰਦੇ ਸੀ, ਪਟਵਾਰੀ ਦਾ। ਇਸ ਪਾਸੇ ਰਾਏ ਬਲਾਰ ਜੀ ਉਹਨਾਂ ਦੀ ਸੇਵਾ ਕਰਦੇ ਸਨ। ਮਹਿਤਾ ਕਾਲੂ ਜੀ ਇਹ ਵੀ ਪਟਵਾਰੀ ਦਾ ਹੀ ਕੰਮ ਕਰਦੇ ਸੀ। ਸਹੁਰਿਆਂ ਦੇ ਘਰ ਤੋਂ ਕੁਝ ਸਮੇਂ ਰਹਿਣ ਬਸੇਰਾ ਕਰਨ ਵਾਸਤੇ ਪੇਕਿਆਂ ਦੇ ਗ੍ਰਹਿ ਵਿਖੇ ਪਹੁੰਚੇ ਹੋਏ ਸਨ ਭੈਣ ਨਾਨਕੀ ਜੀ। ਤੇ ਮਹਿਤਾ ਕਾਲੂ ਜੀ ਨੇ ਬਾਲਾ ਜੀ ਨੂੰ ਆਖਿਆ, ਕਹਿਣ ਲੱਗੇ, ਬੱਚੇ, ਸਾਡਾ ਪੁੱਤਰ ਮਸਤਾਨਾ, ਇਹ 20 ਰੁਪਈਏ ਲੈ ਜਾਣਾ ਤੇ ਸੱਚਾ ਸੌਦਾ ਕਰਕੇ ਆਉਣਾ। ਕਹਿਣ ਲੱਗੇ, ਸਤ ਬਚਨ ਜੀ। ਰਾਏ ਭੋਈ ਕੀ ਤਲਵੰਡੀ ਤੋਂ ਰਵਾਨਾ ਹੋਏ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ। ਕਿਉਂਕਿ ਜਿਹੜੇ ਮਹਿਤਾ ਕਾਲੂ ਜੀ ਸਨ ਇਹ ਵੀ ਭਗਤੀ ਵਾਲੇ ਜੀਵ ਸਨ। ਇਤਿਹਾਸ ਪੜ੍ਹ ਕੇ ਦੇਖਣਾ, ਜਨਮ ਸਾਖੀ ਭਾਈ ਬਾਲਾ ਜੀ ਦੇ ਅੰਦਰ। ਇਹ ਵੀ ਦਰਵੇਸ਼ ਲੋਕ ਸਨ। ਇਹਨਾਂ ਨੇ ਵੀ ਖੁਦਾ ਦੇ ਅੱਗੋਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਉਹ ਪੁੱਤਰ ਦੇ ਦੇਣਾ ਜਿਹੜਾ ਕਿ ਸਾਰੇ ਸੰਸਾਰ ਨੂੰ ਚੰਗਾ ਲੱਗੇ, ਜਿਹੜਾ ਕਿ ਸਾਰੇ ਸੰਸਾਰ ਨੂੰ ਹੀ ਚੰਗਾ ਲੱਗੇ। ਜਨਮ ਵੀ ਅਵਤਾਰ ਹੋ ਗਿਆ, ਪਰ ਉਸ ਵਕਤ ਮਹਿਤਾ ਕਾਲੂ ਜੀ ਉਹਨਾਂ ਦੇ ਉੱਪਰ ਇੱਕ ਆਪਣੇ ਖੀਸਿਆਂ ਦੇ ਵਿੱਚ ਮਾਇਆ ਪਈ ਹੋਈ ਆ, ਜੇਬਾਂ ਦੇ ਵਿੱਚ ਪਈ ਹੋਈ ਆ ਇੱਕ ਪਰਵਲ ਮਾਇਆ ਹੁੰਦੀ, ਜਿਹੜੀ ਕਿ ਰਿਸ਼ੀਆਂ ਮੁਨੀਆਂ ਦੇ ਉੱਪਰ ਪ੍ਰਭਾਵ ਪਾ ਲੈਂਦੀ। ਮਹਾਭਾਰਤ ਗ੍ਰੰਥ ਦਾ ਪ੍ਰਸੰਗ ਵੀ ਬੇਅੰਤ ਪੜ੍ਹ ਕੇ ਵੇਖ ਲੈਣਾ। ਭਗਤਮਾਲ ਗ੍ਰੰਥ ਪੜ੍ਹ ਕੇ ਵੇਖ ਲੈਣਾ। ਚਾਰੇ ਵੇਦ ਪੜ੍ਹ ਕੇ ਵੇਖ ਲੈਣਾ। ਜਿਨ੍ਹਾਂ ਦੇ ਉੱਪਰ ਪਰਵਲ ਮਾਇਆ ਦੇ ਦਰਸ਼ਨ ਕੀਤੇ ਉਹ ਆਪਣੇ ਆਪ ਤੋਂ ਹੀ ਭੁੱਲ ਗਏ। ਆਪਾਂ ਨੂੰ ਤਾਂ ਇਹੋ ਹੀ ਮਾਇਆ ਨਹੀਂ ਟਿਕਣ ਦਿੰਦੀ ਜਿਹੜੇ ਆਪਣੇ ਖੀਸਿਆਂ ਦੇ ਵਿੱਚ ਪਾਈ ਹੋਈ ਹੈ। ਉਸ ਵਾਰ ਪਰਵਲ ਮਾਇਆ ਉਸ ਅਕਾਲ ਪੁਰਖ ਦੀ ਨੇ ਹਨ। ਮਹਿਤਾ ਕਾਲੂ ਜੀ ਉਹਨਾਂ ਨੂੰ ਸਭ ਕੁਝ ਹੀ ਭੁਲਾ ਦਿੱਤਾ ਕਿ ਇਹ ਆਪਣੇ ਪੁੱਤ ਦੀ ਕਿਤੇ ਸਿਫਤ ਨਾ ਕਰ ਦੇਵੇ। ਇਹ ਵੀ ਉਸ ਅਕਾਲ ਪੁਰਖ ਦੀ ਇੱਕ ਮਰਜ਼ਾਦਾ ਹੈ। ਇਹ ਵੀ ਉਸ ਅਕਾਲ ਪੁਰਖ ਜੀ ਦੀ ਇੱਕ ਬਹੁਤ ਵੱਡੀ ਮਾਇਆ ਹੈ। ਮੰਗ ਜ਼ਰੂਰ ਮੰਗ ਲਈ, ਪਰ ਅਵਤਾਰ ਹੋਣੇ ਤੇ ਬਾਅਦ ਸਭ ਕੁਝ ਵਿਸਰ ਗਿਆ ਤੇ ਤੁਰੇ ਜਾਂਦੇ ਹਨ। ਜੰਗਲ ਹੈ ਬਹੁਤ ਵੱਡਾ ਬੀਆਬਾਨ, ਉਸ ਵਿੱਚ ਇੱਕ ਮਹਾਤਮਾ ਮੰਡਲੀ ਬੈਠੀ ਹੋਈ ਹੈ। ਕਈਆਂ ਜੀਵਾਂ ਨੇ ਤਨ ਦੇ ਕੱਪੜੇ ਪਹਿਨੇ ਹੋਏ ਹਨ, ਅੱਗ ਦੇ ਵਿੱਚ ਵੀ ਬੈਠੇ ਹੋਏ ਹਨ, ਧੂਣੀਆਂ ਵੀ ਤਪਾਈਆਂ ਹੋਈਆਂ ਹਨ ਤੇ ਜਲ ਦੇ ਵਿੱਚ ਖੜ ਕੇ ਵੀ ਤਪੱਸਿਆ ਕਰਦੇ ਹਨ। ਜਿਹੜੇ ਉਹਨਾਂ ਦੇ ਮੁੱਖ ਵੱਡੇ ਸੇਵਾਦਾਰ ਸਨ, ਉਹਨਾਂ ਦਾ ਇਤਿਹਾਸਾਂ ਦੇ ਵਿੱਚ ਨਾਂ ਆਉਂਦਾ ਹੈ ਸੰਤ ਰੇਣ। ਜਿਸ ਵਾਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮਹਾਤਮਾ ਮੰਡਲੀ ਵੇਖੀ, ਦਰਸ਼ਨ ਕੀਤੇ, ਗੁਰੂ ਨਾਨਕ ਦੇਵ ਜੀ ਨੇ
ਭਾਈ ਬਾਲਾ ਜੀ ਨੂੰ ਆਖਿਆ, ਕਹਿਣ ਲੱਗੇ, ਭਾਈ ਬਾਲੇ, ਇਹ ਸੱਚਾ ਸੌਦਾ ਆ ਸਾਨੂੰ ਬਹੁਤ ਖਰਾ ਸੌਦਾ ਲੱਗਦਾ, ਇਹ ਆਪਾਂ ਸੌਦਾ ਖਰੀਦ ਲਈਏ। ਕਹਿਣ ਲੱਗੇ, ਭਗਵਾਨ ਪਿਤਾ ਜੀ ਦਾ ਹੁਕਮਨਾਮਾ ਕਿ ਕੋਈ ਵਪਾਰ ਕਰਕੇ ਆਉਣਾ। ਕਹਿਣ ਲੱਗੇ, ਨਾ, ਵਪਾਰ ਇਹ ਹੋਈ ਆ ਸਭ ਤੋਂ ਵੱਡਾ। ਕਹਿਣ ਲੱਗੇ, ਜੀ ਤੁਹਾਡੀ ਇੱਛਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਉਹਨਾਂ ਦੇ ਕੋਲੋਂ 20 ਰੁਪਈਏ ਲੈ ਸੰਤ ਰੇਣ ਦੇ ਅੱਗੇ ਚਰਨਾਂ ਦੇ ਵਿੱਚ ਧਰ ਦਿੱਤੇ। ਮਹਾਤਮਾ ਜੀ ਨੇ ਆਖਿਆ, ਕਹਿਣ ਲੱਗੇ, ਨਾਨਕ ਤਪੇ। ਉਹਨੂੰ ਨਹੀਂ ਸੀ ਜਾਣਦੇ, ਗੁਰੂ ਨਾਨਕ ਨੂੰ ਤਾਂ ਪਤਾ ਸੀ, ਸੰਤ ਰੇਣ ਨੂੰ ਵੀ ਪਤਾ ਸੀ ਕਿ ਇਹ ਜਗਤ ਦਾ ਭਲਾ ਕਰਵਾਉਣ ਵਾਸਤੇ ਆਏ ਹਾਂ, ਅਵਤਾਰ ਲੈ ਕਰਕੇ ਆਏ ਹਾਂ। ਕਹਿਣ ਲੱਗੇ, ਨਾਨਕ ਤਪੇ, ਇਹ 20 ਰੁਪਈਏ ਤਾਂ ਸਾਡੇ ਕਿਸੇ ਕੰਮ ਨਹੀਂ। ਕਹਿਣ ਲੱਗੇ, ਜੇ ਨਾਨਕ ਤਪੇ ਤੁਹਾਡੀ ਇੱਛਾ ਹੀ ਹੈ ਸੇਵਾ ਕਰਨੀ ਦੀ ਹਨ, ਸਾਨੂੰ ਸੁੱਕਾ ਸਿੱਧਾ ਲੈ ਕਰਕੇ ਆਓ, ਲੰਗਰ ਛਕਾ ਦੇਣਾ। ਕਹਿਣ ਲੱਗੇ, ਜੀ 7 ਵਚਨ। 20 ਰੁਪਈਏ ਚੁੱਕੇ, ਦੁਕਾਨ ਦੇ ਵਿੱਚ ਤੇ ਜਾ ਕਰਕੇ ਸੁੱਕਾ ਸਿੱਧਾ ਲੈ ਕਰਕੇ ਆਏ, ਆਪ ਵੀ ਛਕਿਆ, ਸੰਤ ਮੰਡਲੀ ਨੂੰ ਵੀ ਛਕਾਇਆ। ਗ੍ਰਹਿ ਵਿਖੇ ਗਏ, ਬਾਲਾ ਜੀ ਹੁਣੀ ਤਾਂ ਆਪਣੇ ਘਰ ਚਲੇ ਗਏ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਣੀ ਢਾਬ ਦੇ ਵਿੱਚ ਲੁਕ ਗਏ, ਝੁੰਡਾਂ ਦੇ ਵਿੱਚ, ਜਿਸ ਨੂੰ ਆਪਾਂ ਬੂਝੇ ਆਖ ਦਿੰਦੇ ਹਾਂ। ਸੰਦੇਸ਼ਾ ਦੇ ਕਰਕੇ ਮਹਿਤਾ ਕਾਲੂ ਜੀ ਨੇ ਭਾਈ ਬਾਲਾ ਜੀ ਨੂੰ ਬੁਲਾ ਲਿਆ। ਕਹਿਣ ਲੱਗੇ, ਭਾਈ ਬਾਲੇ, ਨਾਨਕ ਕਿੱਥੇ ਆ? ਕਹਿਣ ਲੱਗੇ, ਜੀ ਉਹ ਤਾਂ ਢਾਬ ਦੇ ਵਿੱਚ ਬਾਹਰ ਬੈਠੇ ਆ। ਕਹਿਣ ਲੱਗੇ, 20 ਰੁਪਈਏ? ਕਹਿਣ ਲੱਗੇ, ਜੀ ਉਹ ਮਹਾਤਮਾ ਲੋਕਾਂ ਨੂੰ ਪ੍ਰਸ਼ਾਦਾ ਛਕਾ ਕੇ ਆ ਗਏ। ਉਸ ਵਕਤ ਮਨ ਦੇ ਵਿੱਚ ਤੱਤ ਆ ਗਿਆ। ਭੈਣ ਨਾਨਕੀ ਜੀ ਹੁਣੀ ਭਾਵੇਂ ਵਿਆਹੇ ਹੋਏ ਸੀ, ਸਹੁਰਿਆਂ ਤੋਂ ਪੇਕਿਆਂ ਦੇ ਗ੍ਰਹਿ ਵਿਖੇ ਪਹੁੰਚੇ ਹੋਏ ਸਨ। ਭੈਣ ਨਾਨਕੀ ਜੀ ਨੂੰ ਪਤਾ ਲੱਗ ਗਿਆ ਕਿ ਹੁਣ ਮੇਰੇ ਵੀਰ ਨੂੰ ਝਿੜਕਾਂ ਦੇਣਗੇ। ਮਹਿਤਾ ਕਾਲੂ ਜੀ ਹੁਣੀ ਭਾਈ ਬਾਲਾ ਜੀ ਉਹਨਾਂ ਨੂੰ ਨਾਲ ਲੈ ਕਰਕੇ ਕਹਿਣ ਲੱਗੇ, ਚੱਲ ਵਿਖਾ ਸਾਡਾ ਪੁੱਤ ਕਿੱਥੇ ਬੈਠਾ ਨਾਨਕ। ਕਹਿਣ ਲੱਗੇ, ਜੀ 7 ਵਚਨ। ਪਿੱਛੇ ਪਿੱਛੇ ਭੈਣ ਨਾਨਕੀ ਵੀ ਤੁਰ ਪਏ। ਕਹਿਣ ਲੱਗੇ, ਜੀ ਇਸ ਢਾਬ ਦੇ ਵਿੱਚ ਲੁਕੇ ਆ। ਕਹਿਣ ਲੱਗੇ, ਆਵਾਜ਼ ਮਾਰ। ਆਵਾਜ਼ ਮਾਰੀ, ਸੰਦੇਸ਼ਾ ਦਿੱਤਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਣੀ ਬਾਹਰ ਆਏ। ਪਿਤਾ ਜੀ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋਏ। ਮਹਿਤਾ ਕਾਲੂ ਜੀ ਨੇ ਪੁੱਛਿਆ। ਕਹਿਣ ਲੱਗੇ, ਨਾਨਕ ਸੱਚ ਦੱਸਣਾ, 20 ਰੁਪਈਏ ਕਿੱਥੇ ਗਏ? ਭੈਣ ਨਾਨਕੀ ਜੀ ਪਿੱਛੇ ਖੜੇ ਹੈ। ਤੇ ਉਸ ਵਕਤ ਮਹਿਤਾ ਕਾਲੂ ਜੀ ਉਹਨਾਂ ਨੇ 2 ਗੇਰਾਂ ਪੁੱਛਿਆ, ਮੋਢਾ ਵੀ ਹਲੂਣਿਆ। ਕਹਿਣ ਲੱਗੇ, ਦੱਸਣਾ ਕਿ ਅਸੀਂ ਪੁੱਛੀਏ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਨੇ ਚਰਨਾਂ ਦਾ ਧਿਆਨ ਹੀ ਰੱਖਿਆ। ਪਿਤਾ ਜੀ ਉਹਨਾਂ ਨੂੰ ਅੱਖ ਦੇ ਵਿੱਚ ਅੱਖ ਪਾ ਕੇ ਨਹੀਂ ਵੇਖਿਆ। ਤੇ ਉਸ ਵਕਤ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਸੱਜੇ ਹੱਥ ਦਾ ਚਪੇੜਾ ਮਾਰ ਦਿੱਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਮੁਖ ਦੇ ਉੱਪਰ। ਸੱਜੀ ਗੱਲ ਤੇ ਚਪੇੜਾ ਮਾਰਿਆ, ਅੱਖਾਂ ਵਿੱਚੋਂ ਹਿੰਜ ਘੇਰਦੇ। ਸੱਜੀ ਗੱਲ ਤੇ ਚਪੇੜਾ ਮਾਰਿਆ, ਅੱਖਾਂ ਵਿੱਚੋਂ ਹਿੰਜ ਘੇਰਦੇ। ਗੱਲ ਤੇ ਚਪੇੜਾ ਮਾਰਿਆ, ਅੱਖਾਂ ਵਿੱਚੋਂ ਹਿੰਜ ਘੇਰਦੇ। ਗੱਲ ਤੇ ਚਪੇੜਾ ਮਾਰਿਆ, ਅੱਖਾਂ ਵਿੱਚੋਂ ਹਿੰਜ ਘੇਰਦੇ। ਅੱਖਾਂ ਵਿੱਚੋਂ ਹਿੰਜ ਘੇਰਦੇ, ਅੱਖਾਂ ਵਿੱਚੋਂ
ਨੈਣ ਆਨੇਰੇ ਦੀਪਕ ਵਿੱਚ ਹੋ ਮਾਸ ਹੋਏ ਕਮ ਆਏ ਲਖੇਰੇ ਕਜਲ ਹੋਵਾ ਕਾਮਨੀ ਸੰਗ ਭਲੇ ਭਲੇਰੇ ਮਸਵਾਣੀ ਹਰ ਜਸ ਲਿਖੇ ਤਖਤਰ ਅੰਗਲੇਰੇ ਆਪੇ ਆਪ ਵਰਤਦਾ ਗੁਰਮੁਖ ਜੋ ਫੇਰੇ ਸੱਜੇ ਗਲ ਤੇ ਚਪੇੜਾ ਮਾਰਿਆ ਸਿੱਖਾਂ ਵਿੱਚੋਂ ਹਿੰਜ ਫੇਰਦੇ ਸੱਜੇ ਗਲ ਤੇ ਚਪੇੜਾ ਮਾਰਿਆ ਅੱਖਾਂ ਵਿੱਚੋਂ ਹਿੰਜ ਫੇਰਦੇ ਸੱਚੀ ਗੱਲ ਤੇ ਚਪੇੜਾ ਮਾਰਿਆ ਅੱਖਾਂ ਵਿੱਚੋਂ ਜੋ ਫੇਰਦੇ ਸੱਚੀ ਗੱਲ ਤੇ ਚਪੇੜਾ ਮਾਰਿਆ ਅੱਖਾਂ ਵਿੱਚੋਂ ਜੋ ਫੇਰਦੇ ਅੱਖਾਂ ਵਿੱਚੋਂ ਹਿੰਜ ਫੇਰਦੇ ਅੱਖਾਂ ਵਿੱਚੋਂ ਹਿੰਜ ਫੇਰਦੇ ਅੱਖਾਂ ਵਿੱਚੋਂ ਅੰਜੂ ਫੇਰਦੇ ਅੱਖਾਂ ਵਿੱਚੋਂ ਅੰਜੂ ਫੇਰਦੇ ਅੱਖਾਂ ਵਿੱਚੋਂ ਹਿੰਜ ਫੇਰਦੇ ਅੱਖਾਂ ਵਿੱਚੋਂ ਹਿੰਜ ਫੇਰਦੇ ਅੱਖਾਂ ਵਿੱਚੋਂ ਅੰਜੂ ਫੇਰਦੇ ਅੱਖਾਂ ਵਿੱਚੋਂ ਅੰਜੂ ਫੇਰਦੇ ਗਲ ਤੇ ਚਪੇੜਾ ਮਾਰਿਆ ਅੱਖਾਂ ਵਿੱਚੋਂ ਹਿੰਜ ਸੱਜੇ ਗਲ ਤੇ ਚਪੇੜਾ ਮਾਰਿਆ ਅੱਖਾਂ ਵਿੱਚੋਂ ਹਿੰਜ ਫੇਰਦੇ ਸੱਚੀ ਗੱਲ ਤੇ ਚਪੇੜਾ ਮਾਰਿਆ ਅੱਖਾਂ ਵਿੱਚੋਂ ਅੰਜੂ ਫੇਰਦੇ ਸੱਚੀ ਗੱਲ ਤੇ ਚਪੇੜਾ ਮਾਰਿਆ ਅੱਖਾਂ ਵਿੱਚੋਂ ਅੰਜੂ ਫੇਰਦੇ ਉਸ ਵਕਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮੰਨਦੇ ਸੱਜੇ ਹੱਥ ਦਾ ਚਪੇੜਾ ਮਾਰਿਆ ਗੁਰੂ ਨਾਨਕ ਦੇਵ ਜੀ ਤੇ ਪੰਜੇ ਦੀਆਂ ਪੰਜਾਂ ਉਂਗਲਾਂ ਹੀ ਛਪ ਗਈਆਂ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਤਾਂ ਆ ਗਏ ਪਰ ਪਿਤਾ ਜੀ ਉਹਨਾਂ ਦੇ ਅੱਗੇ ਬਚਨ ਨਾ ਬੋਲਿਆ। ਦੂਸਰਾ ਮਾਰਨ ਲੱਗੇ ਤਾਂ ਭੈਣ ਨਾਨਕੀ ਜੀ ਨੇ ਹੱਥ ਫੜ ਲਿਆ ਕਹਿਣ ਲੱਗੇ ਪਿਤਾ ਜੀ ਤੁਸੀਂ ਮੇਰੇ ਵੀਰ ਦੇ ਨੀ ਚਪੇੜ ਮਾਰੀ ਮੇਰੇ ਮਾਰ ਦਿੱਤੀ। ਕਹਿਣ ਲੱਗੇ ਪਿਤਾ ਜੀ ਤੁਸਾਂ ਨੇ ਮੇਰੇ ਵੀਰ ਦੇ ਚਪੇੜ ਨਹੀਂ ਮਾਰੀ ਤੁਸਾਂ ਨੇ ਸਾਡੇ ਮੂੰਹ ਤੇ ਚਪੇੜ ਮਾਰੀ। ਵੇਖਿਓ ਕਿਤੇ ਦੂਸਰੇ ਪਾਸੇ ਨਾ ਮਾਰ ਦੇਣਾ। ਕਹਿਣ ਲੱਗੇ ਚੱਲ ਨਾਨਕ ਘਰ ਨੂੰ ਚੱਲ। ਅੱਗੇ ਅੱਗੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੁਰ ਪਏ। ਭਾਈ ਸਾਹਿਬ ਭਾਈ ਬਾਲਾ ਜੀ ਵੀ ਤੁਰ ਪਏ, ਮਹਿਤਾ ਕਾਲੂ ਜੀ ਵੀ ਤੁਰ ਪਏ ਤੇ ਭੈਣ ਨਾਨਕੀ ਜੀ ਹੁਣੀ ਮਨ ਕਰਕੇ ਸੋਚ ਲਿਆ। ਕਹਿਣ ਲੱਗੇ ਜਿਸ ਵਕਤ ਸ਼ਾਮ ਦਾ ਪ੍ਰਸ਼ਾਦਾ ਛਕਾਂਗੇ ਵਿਚਾਰ ਕਰਾਂਗੇ ਪਹਿਲਾਂ ਅਸੀਂ ਆਪਣੇ ਵੀਰੇ ਦੇ ਕੋਲੋਂ ਪੁੱਛਾਂਗੇ ਕਿ ਅਸੀਂ ਤੁਹਾਨੂੰ ਸੁਲਤਾਨਪੁਰ ਲੈ ਕੇ ਚੱਲਦੇ ਹਾਂ। ਜੇਕਰ ਵੀਰਾ ਮੰਨ ਗਿਆ ਅਸੀਂ ਆਪਣੇ ਨਾਲ ਹੀ ਵੀਰੇ ਨੂੰ ਲੈ ਕੇ ਚਲੇ ਜਾਣਾ। ਤੇ ਹੁਣ ਮਹਾਰਾਜ ਜੀ ਇਹਨਾਂ ਦੀ ਕਿਰਪਾ ਨਾਲ ਭਾਵੇਂ ਛੋਟਾ ਵੀਰ ਸੀ ਭਾਈ ਸੀ ਫਿਰ ਵੀ ਇਤਨਾ ਸਤਿਕਾਰ ਕਰਿਆ ਕਰਦੇ ਸਨ। ਭੈਣ ਨਾਨਕੀ ਜੀ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਅੱਜ ਦੇ ਸਮੇਂ ਦੇ ਵਿੱਚ ਭੈਣਾਂ ਛੋਟੇ ਵੀਰੇ ਨੂੰ ਵੀਰ ਕਰਕੇ ਨਹੀਂ ਬੁਲਾਉਂਦੀਆਂ, ਨੌ ਕਰਕੇ ਬੁਲਾਉਂਦੀਆਂ। ਇਤਨਾ ਕੁ ਫਰਕ ਹੈ ਭਾਈ। ਅੱਜ ਦੀਆਂ ਵੀ ਭੈਣਾਂ ਹਨ
ਗਾਂ ਵੀ ਹੋਣਗੀਆਂ ਭੈਣਾਂ। ਜਿਤਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਬੈਠੇ ਹਾਂ, ਸਾਰੇ ਹੀ ਆਪਾਂ ਗ੍ਰਸਤੀ ਹਾਂ। ਕੋਈ ਕੋਈ ਭੈਣ ਛੋਟੇ ਵੀਰੇ ਨੂੰ ਵੀਰ ਕਰਕੇ ਬੁਲਾਉਂਦੀ, ਨਹੀਂ ਤਾਂ ਨਾਂ ਹੀ ਲੈਂਦੀਆਂ। ਗ੍ਰਹਿ ਵਿਖੇ ਪਹੁੰਚੇ, ਸ਼ਾਮ ਦਾ ਪ੍ਰਸ਼ਾਦਾ ਛਕਿਆ। ਸਮੇਂ ਨੂੰ ਵਿਚਾਰ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਕੋਲੋਂ ਪੁੱਛ ਲਿਆ। ਭੈਣ ਨਾਨਕੀ ਨੇ ਕਹਿਣ ਲੱਗੇ, ਵੀਰ ਭਾਈ, ਜੇ ਤੁਹਾਡੀ ਮਨ ਦੀ ਰਜਾ ਹੋਵੇ ਤਾਂ ਤੁਹਾਨੂੰ ਮੈਂ ਸੁਲਤਾਨਪੁਰ ਲੈ ਜਾਵਾਂ ਆਪਣੇ ਨਾਲ। ਕਹਿਣ ਲੱਗੇ, ਭੈਣ ਮੈਨੂੰ ਲੈ ਕੇ ਚਲੇ ਜਾ। ਇਤਨੇ ਨੂੰ ਮਹਾਰਾਜ ਇਹਨਾਂ ਦੀ ਕਿਰਪਾ ਦੇ ਨਾਲ 2-4 ਦਿਨਾਂ ਦੇ ਅੰਦਰ ਭਾਈ ਜੈ ਰਾਮ ਜੀ ਹੁਣੀ ਵੀ ਪਹੁੰਚ ਗਏ। ਭੈਣ ਨਾਨਕੀ ਜੀ ਨੇ ਆਪਣੇ ਪਤੀ ਦੇਵ ਦੇ ਨਾਲ ਵਿਚਾਰ ਕੀਤੀ। ਕਹਿਣ ਲੱਗੇ, ਜੀ ਆਪ ਜੀ ਦੀ ਕੀ ਵਿਚਾਰ ਹੈ? ਕਹਿਣ ਲੱਗੇ, ਜਿਵੇਂ ਆਪ ਜੀ ਦੀ ਰਜਾ, ਅਸੀਂ ਤੁਹਾਡੇ ਨਾਲ ਹਾਂ। ਕਹਿਣ ਲੱਗੇ, ਚੰਗਾ ਭਾਈ। ਪਿਤਾ ਜੀ ਉਹਨਾਂ ਦੇ ਨਾਲ ਵਿਚਾਰ ਕੀਤੀ ਭੈਣ ਨਾਨਕੀ ਜੀ ਨੂੰ। ਕਹਿਣ ਲੱਗੇ, ਪਿਤਾ ਜੀ, ਜਿਹੜੇ ਮੇਰਾ ਸਹੁਰਿਆਂ ਦਾ ਪਰਿਵਾਰ ਹੈ, ਜਿਹੜਾ ਦੌਲਤ ਖਾਂ ਉਸ ਦਾ ਮੋਦੀ ਖਾਨਾ, ਉਸ ਦੇ ਵਿੱਚ ਮੈਂ ਨੌਕਰੀ ਲਵਾ ਦੇਵਾਂਗੀ, ਜੇਕਰ ਤੁਸੀਂ ਰਜਾ ਦੇ ਵਿੱਚ ਰਜਾ ਹੋ। ਕਹਿਣ ਲੱਗੇ, ਜੀ ਅਸੀਂ ਰਾਜੀ ਹਾਂ, ਤੁਸੀਂ ਲੈ ਕੇ ਜਾ ਸਕਦੇ। ਤੇ ਰਾਏ ਭੋਏ ਕੀ ਤਲਵੰਡੀ ਤੋਂ ਉਸ ਵਕਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਣੀ ਭੈਣ ਨਾਨਕੀ ਦੇ ਨਾਲ ਭਾਈ ਜੈ ਰਾਮ ਜੀ ਉਹਨਾਂ ਨੂੰ ਨਾਲ ਲੈ ਕਰਕੇ ਸਾਧ ਸੰਗਤ ਸੁਲਤਾਨਪੁਰ ਦੀ ਧਰਤੀ ਨੂੰ ਭਾਗ ਲਾਏ। ਭਾਗ ਲਾਉਣੇ ਤੇ ਉਪਰੰਤ ਮੋਦੀ ਖਾਨੇ ਦੀ ਵੀ ਸੇਵਾ ਕਰੀ। ਜਿਸ ਵਕਤ ਸੁਲਤਾਨਪੁਰ ਨਗਰ ਖੇੜੇ ਦੇ ਵਿੱਚ ਆਏ, 13 ਹੀ ਤੋਲੀਆਂ ਬੇਅੰਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਸਾਧ ਸੰਗਤ ਦੇ ਸਤਸੰਗੀ ਵੀ ਬਣ ਗਏ। ਦੌਲਤ ਖਾਨ ਕਿਸੇ ਨੇ ਚੁਗਲੀ ਕੀਤੀ। ਕਹਿਣ ਲੱਗੇ, ਜਿਹੜਾ ਨਾਨਕ ਤੁਸਾਂ ਨੇ ਮੋਦੀ ਖਾਨੇ ਦੀ ਸੇਵਾ ਸੰਭਾਲੀ, ਉਹ ਤੇਰਾ ਮੋਦੀ ਖਾਨਾ ਲੁਟਾ ਦਿੱਤਾ। 2-3 ਗੇਰਾਂ ਹਿਸਾਬ ਹੋਇਆ ਤੇ ਮਾਲਕਾਂ ਦੇ ਕੰਨੀ ਹੀ ਵਾਧਾ ਨਿਕਲਿਆ। ਮਾਲਕਾਂ ਦੇ ਕੋਲੋਂ ਲੈ ਕਰਕੇ ਗਰੀਬਾਂ ਨੂੰ ਵੰਡ ਦਿਆ ਕਰਦੇ ਸੀ। ਤੇ ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਬਟਾਲੇ ਨਗਰ ਖੇੜੇ ਦੇ ਵਿੱਚ ਇੱਕ ਮੂਲੋ ਚੋਣਾ ਜੀ ਹੋਏ, ਜਿਨ੍ਹਾਂ ਦੀ ਲੜਕੀ ਜਿਸ ਵਕਤ ਨੌਜਵਾਨ ਦੀ ਅਵਸਥਾ ਦੇ ਵਿੱਚ ਹੋਏ। ਆਪਾਂ ਵੀ ਕਬੀਲਦਾਰ ਹਾਂ ਭਾਈ। ਜਿਸ ਵਕਤ ਕਬੀਲਦਾਰਾਂ ਦੇ ਸਿਰ ਦੇ ਵਿੱਚ ਜੂਆਂ ਪੈ ਜਾਂਦੀਆਂ ਹਨ, ਇੱਕ ਤਾਂ ਹੁੰਦੀਆਂ ਸਾਧ ਸਿੰਘ ਜੀ ਜੂਆਂ ਅਸਲੀ, ਇੱਕ ਹੁੰਦੀਆਂ ਮਿੱਠੀਆਂ ਜੂਆਂ। ਉਹ ਦੰਦੀ ਵੀ ਵੱਢਦੀਆਂ ਪਰ ਅਹਿਸਾਸ ਹੁੰਦਾ, ਉਹ ਮਰਦੀਆਂ ਵੀ ਨਹੀਂ। ਜਿਤਨੀ ਮਰਜ਼ੀ ਦਵਾਈ ਲਾ ਦਿਓ, ਜਿਤਨੀਆਂ ਮਰਜ਼ੀ ਕੱਢ ਲਵੋ, ਉਤਨੀਆਂ ਦੀਆਂ ਉਤਨੀਆਂ ਰਹਿੰਦੀਆਂ ਮਿੱਠੀਆਂ ਜੂਆਂ ਹੁੰਦੀਆਂ। ਉਹ ਕਿਸੇ ਨੂੰ ਪਤਾ ਲੱਗਦਾ, ਪਰ ਆਪਾਂ ਨੂੰ ਨਹੀਂ ਪਤਾ ਲੱਗਣਾ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਮੂਲੋ ਚੋਣਾ ਦੀ ਲੜਕੀ ਜਿਸ ਵਾਰ ਨੌਜਵਾਨ ਹੋਈ, ਇੱਕ ਪ੍ਰੋਹਿਤ ਨੂੰ ਆਪਣੇ ਗ੍ਰਹਿ ਵਿਖੇ ਬੁਲਾਇਆ। ਕਹਿਣ ਲੱਗੇ, ਓਏ ਪ੍ਰੋਹਿਤ, ਸੁਲਤਾਨਪੁਰ ਨਗਰ ਖੇੜੇ ਦੇ ਵਿੱਚ ਨਾਨਕ ਦੀ ਅਸਾਂ ਨੇ ਸੋਭਾ ਸੁਣੀ, ਕਿਉਂ ਨਾ ਸਾਡੀ ਲੜਕੀ ਦਾ ਰਿਸ਼ਤਾ ਉਸ ਨੂੰ ਕਰਵਾ ਦਿਓ। ਕਹਿਣ ਲੱਗੇ, ਜੀ ਅਸੀਂ ਚਲੇ ਜਾਂਦੇ ਹਾਂ ਜੇ ਆਪ ਜੀ ਦਾ ਹੁਕਮਨਾਮਾ ਹੋਵੇ। ਕਹਿਣ ਲੱਗੇ, ਇਹ ਫੜ ਰਸਤੇ ਦਾ ਖਰਚਾ, ਸੁਲਤਾਨਪੁਰ ਜਾ ਕੇ ਆ। ਪਰਮਾਨੰਦ ਜੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ। ਕਹਿਣ ਲੱਗੇ, ਜੀ 7 ਬਚਨ। ਪੁਰੋਹਿਤ ਰਸਤੇ ਦੇ ਵਿੱਚ ਤੁਰਿਆ ਜਾਂਦਾ। ਕਹਿਣ ਲੱਗੇ, ਪਰਮਾਨੰਦ ਜੀ ਉਹਨਾਂ ਦੇ ਗ੍ਰਹਿ ਵਿਖੇ ਤਾਂ ਬਾਅਦ ਦੇ ਵਿੱਚ ਪਹੁੰਚਾਂਗੇ, ਪਹਿਲਾਂ ਮੋਦੀ ਖਾਨੇ ਦੇ ਵਿੱਚ ਜਾਂਦੇ ਹਾਂ। ਵਿਹਾਰ ਵੇਖਿਆ, ਬੱਚੇ ਦੇ ਦਰਸ਼ਨ ਕੀਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ। ਕਹਿਣ ਲੱਗੇ, ਬੱਚਾ ਤਾਂ ਜਿਹੜਾ ਨਾਨਕ ਜਿਹੋ ਜਿਹੀ ਸੋਭਾ ਸੋਹਣੀ, ਉਸ ਤੋਂ ਦੂਣੀ ਚੌਣੀ ਹੈ ਸੋਭਾ ਤਾਂ। ਲੜਕਾ ਤਾਂ ਬਹੁਤ ਅੱਛਾ।
ਤੇ ਪੁਰੋਹਿਤ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਪਰਮਾਨੰਦ ਜੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਗਿਆ। ਜੈ ਰਾਮ ਜੀ ਹੁਣੀ ਵੀ ਪਟਵਾਰੀ ਸਨ, ਤੇ ਜਿਹੜੇ ਰਿਸ਼ਤੇਦਾਰੇ ਹੁੰਦੇ ਹਨ ਉਹ ਵੀ ਉਹੋ ਜਿਹਾ ਮਹਾਰਾਜ ਮਿਲਾ ਦਿੰਦਾ। ਤੇ ਪਰਮਾਨੰਦ ਜੀ ਹੁਣੀ ਗ੍ਰਹਿ ਵਿਖੇ ਸਨ ਤੇ ਭੈਣ ਨਾਨਕੀ ਜੀ ਉਹਨਾਂ ਨੂੰ ਪੁੱਛਿਆ, ਕਹਿਣ ਲੱਗੇ ਜੀ ਪਰਮਾਨੰਦ ਦਾ ਘਰ ਇਹੋ ਹੀ ਹੈ? ਕਹਿਣ ਲੱਗੇ ਹਾਂ ਜੀ। ਮੂੜਾ ਦਿੱਤਾ, ਮੂੜੇ ਤੇ ਬੈਠ ਗਿਆ ਪੁਰੋਹਿਤ। ਕਹਿਣ ਲੱਗੇ ਜੀ ਆਪ ਜੀ ਦਾ ਕੀ ਨਾਂ? ਕਹਿਣ ਲੱਗੇ ਜੀ ਸਾਡਾ ਨਾਂ ਸਰੀਰ ਦਾ ਨਾਨਕੀ। ਕਹਿਣ ਲੱਗੇ ਜੀ ਪਰਮਾਨੰਦ? ਕਹਿਣ ਲੱਗੇ ਜੀ ਉਹ ਥੋੜ੍ਹੀ ਦੂਰ ਗਏ ਹੈ, ਇਤਨੇ ਨੂੰ ਉਹਨਾਂ ਨੇ ਆ ਜਾਣਾ, ਇਤਨੇ ਨੂੰ ਤੁਸੀਂ ਪ੍ਰਸ਼ਾਦਾ ਪਾਣੀ ਛਕੋ, ਚਾਹ ਪਾਣੀ ਛਕੋ। ਸੇਵਾ ਕੀਤੀ ਭੈਣ ਨਾਨਕੀ ਜੀ ਨੇ ਪੁਰੋਹਿਤ ਦੀ। ਆਪਾਂ ਵੀ ਸੇਵਾ ਕਰਦੇ ਹੀ ਹਾਂ ਭਾਈ। ਇਤਨੇ ਨੂੰ ਪਰਮਾਨੰਦ ਜੀ ਹੁਣੀ ਵੀ ਆ ਗਏ, ਭਾਈ ਜੈ ਰਾਮ ਜੀ ਹੁਣੀ ਵੀ ਆ ਗਏ। ਪੁਰੋਹਿਤ ਜੀ ਉਹਨਾਂ ਨੇ ਉਹਨਾਂ ਦੇ ਨਾਲ ਵਿਚਾਰ ਕੀਤੀ। ਕਹਿਣ ਲੱਗੇ ਜੀ ਅਸੀਂ ਬਟਾਲੇ ਨਗਰ ਖੇੜੇ ਤੋਂ ਆਏ ਹਾਂ, ਮੂਲੋ ਚੋਣਾ ਜੀ ਉਹਨਾਂ ਦੇ ਭੇਜੇ ਹੋਏ। ਉਹਨਾਂ ਦੀ ਲੜਕੀ ਦਾ ਰਿਸ਼ਤਾ ਕਰਵਾਉਣਾ ਚਾਹੁੰਦੇ ਹੋ, ਆਪ ਜੀ ਦੀ ਕੀ ਵਿਚਾਰ? ਜੈ ਰਾਮ ਜੀ ਨੇ ਭੈਣ ਨਾਨਕੀ ਜੀ ਉਹਨਾਂ ਦੇ ਕੋਲੋਂ ਪੁੱਛਿਆ। ਕਹਿਣ ਲੱਗੇ ਜੀ ਰਿਸ਼ਤਾ ਆ ਰਿਹਾ। ਕਹਿਣ ਲੱਗੇ ਜੀ ਪਹਿਲਾ ਰਿਸ਼ਤਾ ਆਇਆ, ਸਾਡੇ ਕੰਨੀ ਤੇ ਹਾਂ ਆ। ਪਹਿਲਾਂ ਅਸੀਂ ਇੱਕ ਗੇੜਾ ਅਸੀਂ ਆਪਣੇ ਵੀਰੇ ਦੇ ਕੋਲੋਂ ਪੁੱਛ ਲਈਏ, ਤੁਸੀਂ ਬੁਲਾ ਕੇ ਲੈ ਕੇ ਆਓ। ਤਾਂ ਥੋੜ੍ਹਾ ਜਿਹਾ ਮਿੱਠਾ ਵੀ ਲੈ ਕਰਕੇ ਲੈ ਆਉਣਾ, ਭੇਲੀ ਲੈ ਆਉਣੀ ਗੁੜ ਦੀ। ਕਹਿਣ ਲੱਗੇ ਜੀ 7 ਵਚਨ ਜਾਂ ਪਤਾਸੇ ਲੈ ਕਰਕੇ ਆ ਜਾਣਾ। ਤੇ ਜੈ ਰਾਮ ਜੀ ਹੋਣਾ ਨੂੰ, ਜੈ ਰਾਮ ਜੀ ਹੋਣੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਨੂੰ ਬੁਲਾਉਣ ਵਾਸਤੇ ਗਏ। ਉਸ ਵਕਤ ਭਾਈ ਬਾਲਾ ਜੀ ਹੁਣੇ ਵੀ ਸੇਵਾ ਕਰਦੇ ਸਨ। ਭਾਈ ਸਾਹਿਬ ਭਾਈ ਮਰਦਾਨਾ ਜੀ ਹੁਣੀ ਵੀ ਸੇਵਾਦਾਰ ਸਨ, ਤੇ ਉਹ ਵੀ ਨਾਲ ਹੀ ਆ ਗਏ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਜੈ ਰਾਮ ਜੀ ਉਹਨਾਂ ਨੇ ਪੁੱਛਿਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਕੋਲ, ਤੇ ਕਹਿਣ ਲੱਗੇ ਤੁਹਾਡੇ ਵਾਸਤੇ ਰਿਸ਼ਤਾ ਆ ਰਿਹਾ, ਆਪ ਜੀ ਦੀ ਕੀ ਵਿਚਾਰ? ਕਹਿਣ ਲੱਗੇ ਜੀ ਭੈਣ ਨਾਨਕੀ ਜੀ ਨੂੰ ਪੁੱਛ ਲਓ। ਫਿਰ ਵੀ ਉਹਨਾਂ ਨੇ ਵੱਡਿਆਂ ਨੂੰ ਮਾਣ ਦਿੱਤਾ। ਅੱਜ ਵੀ ਮਿਲਦਾ ਵੱਡਿਆਂ ਨੂੰ ਮਾਣ। ਤੇ ਜਿਸ ਵਾਰ ਜੈ ਰਾਮ ਜੀ ਨੇ ਭੈਣ ਨਾਨਕੀ ਜੀ ਨਾਲ ਵਿਚਾਰ ਕੀਤੀ, ਕਹਿਣ ਲੱਗੇ ਜੀ ਉਹ ਕਹਿੰਦੇ ਹਨ ਜੋ ਵੱਡੇ ਕਰਨਾ ਚਾਹੁੰਦੇ ਹੋ ਸਾਨੂੰ ਮਨਜ਼ੂਰ ਆ। ਉਸੇ ਵਕਤ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਭੈਣ ਨਾਨਕੀ ਜੀ ਨੇ ਹਾਂ ਦਾ ਜਵਾਬ ਦੇ ਦਿੱਤਾ। ਤਾਂ ਉਸੇ ਵਕਤ ਪੁਰੋਹਿਤ ਜੀ ਉਹਨਾਂ ਨੇ ਕਹਿਣ ਲੱਗੇ ਨਾਨਕ ਜੀ ਨੂੰ ਬੁਲਾ ਕੇ ਲੈ ਕੇ ਆਓ। ਫਿਰ ਨਾਨਕ ਜੀ ਹੁਣੀ ਵੀ ਆ ਗਏ, ਭਾਈ ਬਾਲਾ ਮਰਦਾਨਾ ਵੀ ਆ ਗਏ। ਉਸੇ ਵਕਤ ਸਮੇਂ ਦੇ ਮੁਤਾਬਕ ਰਸਤ ਅਦਾ ਹੋਈ। 1.25 ਰੁਪਈਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੱਤਾ, ਤੇ ਜਿਸ ਨੂੰ ਆਪਾਂ ਕਹਿੰਦੇ ਹਾਂ ਸਗਨ ਵਿਹਾਰ ਹੋਏ। ਤੇ ਭੈਣ ਨਾਨਕੀ ਜੀ ਨੇ ਇੱਕ ਖੇਸ ਲਿਆਂਦਾ, ਖੇਸ ਦੇ ਉੱਪਰ ਭੇਲੀ ਕਹਿੰਦੇ ਗੁੜ ਦੀ, ਕੋਈ ਹੋਰ ਨਾ ਸਮਝ ਲਿਓ। ਭੇਲੀ ਕਹਿੰਦੇ ਹਾਂ ਸਾਡੇ ਇਲਾਕੇ ਦੇ ਵਿੱਚ ਹੁਣ ਤਾਂ ਸਾਧ ਸੰਗਤ ਦੀ ਮਠਿਆਈਆਂ ਦੇ ਡੱਬੇ ਚੱਲ ਪਏ, ਭਾਵ ਇੱਕੋ ਹੀ ਹੈ। ਉਸ ਵਾਰ ਭੇਲੀ ਦਿੱਤੀ ਭੈਣ ਨਾਨਕੀ ਜੀ ਨੇ ਖੇਸ ਦੇ ਉੱਪਰ ਧਰ ਕੇ ਮਿੱਠੇ ਦੀ, ਤੇ 11 ਰੁਪਈਏ ਉੱਪਰ ਧਰੇ ਦਰਸ਼ਨੀ ਭੇਟਾ। ਅੱਜ ਵੀ ਆਪਾਂ ਦਰਸ਼ਨੀ ਭੇਟਾ ਗੁਰੂ ਗ੍ਰੰਥ ਸਾਹਿਬ ਦੀ ਚਰਨਾਂ ਦੇ ਧਰਦੇ ਹਾਂ। ਜਿਸ ਵਕਤ ਆਪਣੇ ਗ੍ਰਹਿ ਵਿਖੇ ਖੰਡ ਪਾਠ ਜਾਂ ਸਹਿਜ ਪਾਠ ਜਾਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੁੰਦੇ ਹਨ, ਪਾਠੀ ਸਿੰਘ ਜਿਹੜੇ ਹੁੰਦੇ ਆ ਪੜ੍ਹੇ ਲਿਖੇ, ਜਿਨ੍ਹਾਂ ਨੇ ਸੰਥਿਆ ਲਈ ਹੋਈ ਹੈ, ਉਹ ਮਾਲਕ ਨੂੰ ਆਖਣਗੇ ਦਰਸ਼ਨੀ ਭੇਟਾ ਕਰ। ਪਰ ਪਾਠੀ ਸਿੰਘ ਇਉਂ ਨਹੀਂ ਆਖੇਗਾ ਕਿ ਤੂੰ 1.25 ਰੁਪਈਆ ਧਰ ਦੇ ਜਾਂ 1150 ਰੁਪਈਆ ਧਰ ਦੇ, ਨਹੀਂ, ਉਹ ਦਰਸ਼ਨੀ ਭੇਟਾ ਆਖੇਗਾ।
ਤਾਂ ਉਸ ਵਾਰ ਦਰਸ਼ਨੀ ਭੇਟਾ 11.25 ਰੁਪਏ ਧਰੇ ਖੇਸ ਦੇ ਉੱਪਰ ਦਰਸ਼ਨੀ ਭੇਟਾ ਕਰ ਦਿੱਤੀ ਪੁਰੋਹਿਤ ਦੀ। ਕਹਿਣ ਲੱਗੇ ਸਾਡੇ ਕਨੀ ਤੇ ਮੰਗਣੀ ਆ, ਤਿਆਰੀ ਆ। ਕਹਿਣ ਲੱਗੇ ਜੀ ਹੁਣ ਫਿਰ ਵਿਆਹ ਦੇ ਦਿਨ ਵੀ ਧਰ ਲਓ। ਕਹਿਣ ਲੱਗੇ ਜੀ ਇਹ ਤੁਸੀਂ ਧਰ ਦਿਓ, ਤੁਸੀਂ ਕੁੜੀ ਵਾਲੇ ਹੋ, ਤੁਸੀਂ ਵੱਡੇ ਹੋ। ਪੁਰੋਹਿਤ ਜੀ ਤੁਸਾਂ ਨੇ ਫਿਰ ਆ ਜਾਣਾ। ਕਹਿਣ ਲੱਗੇ ਜੀ 7 ਵਚਨ। ਸਗਨ ਵਿਹਾਰ ਹੋਇਆ। ਭੈਣ ਨਾਨਕੀ ਜੀ ਨੇ ਪੁਰੋਹਿਤ ਰਾਏ ਕੀ ਭੋਈ ਤਲਵੰਡੀ ਭੇਜ ਦਿੱਤਾ। ਜਿਹੜਾ ਮੂਲੋ ਚੋਣੋ ਜੀ ਉਹਨਾਂ ਦਾ ਪੁਰੋਹਿਤ ਭੇਜਿਆ ਹੋਇਆ ਸੀ, ਉਹ ਬਟਾਲੇ ਨਗਰ ਖੇੜੇ ਦੇ ਵਿੱਚ ਪਹੁੰਚ ਗਿਆ। ਕਹਿਣ ਲੱਗੇ ਜੀ ਰਿਸ਼ਤਾ ਮੈਂ ਪੱਕਾ ਕਰ ਆਇਆ। ਕਹਿਣ ਲੱਗੇ ਸਗਨ ਵਿਹਾਰ, ਕਹਿਣ ਲੱਗੇ ਸਗਨ ਵਿਹਾਰ ਵੀ ਅਸੀਂ ਕਰਕੇ ਆ ਗਏ। ਕਹਿਣ ਲੱਗੇ ਬਹੁਤ ਅੱਛਾ। ਤਾਂ ਉਸ ਵਕਤ ਮੋਲੋ ਚੋਣਾ ਜੀ ਹੁਣੀ ਵੀ ਪਟਵਾਰੀ ਸਨ, ਪਰ ਇਹਨਾਂ ਦਾ ਸੁਭਾਅ ਵੀ ਸਖਤ ਸੀ। ਸਖਤ ਨੂੰ ਸਖਤ ਮਿਲ ਜਾਂਦਾ, ਕਿਤੇ ਨਾ ਕਿਤੇ ਜ਼ਰੂਰ ਮਿਲਦਾ। ਦਇਆ ਵਾਲੇ ਨੂੰ ਦਇਆਵਾਨ ਮਿਲ ਜਾਂਦਾ, ਸਖਤ ਨੂੰ ਸਖਤ ਮਿਲ ਜਾਂਦਾ। ਭਾਵੇਂ 100 ਕੋਹ ਦੀ ਦੂਰੀ 'ਤੇ ਕਿਉਂ ਨਾ ਮਿਲ ਜਾਵੇ, ਮਿਲਦਾ ਜ਼ਰੂਰ ਆ। ਜਿਸ ਵਕਤ ਰਾਏ ਬਲਾਰ ਜੀ ਉਹਨਾਂ ਨੂੰ ਪਤਾ ਲੱਗਿਆ ਹੈ ਨਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੀ ਮੰਗਣੀ ਹੋ ਗਈ, ਰਾਏ ਬਲਾਰ ਜੀ ਉਹਨਾਂ ਨੇ ਮਹਿਤਾ ਕਾਲੂ ਨੂੰ ਆਪਣੇ ਕੋਲ ਬੁਲਾ ਲਿਆ। ਕਹਿਣ ਲੱਗੇ ਮਹਿਤਾ ਕਾਲੂ, ਉਹ ਸਾਨੂੰ ਪਤਾ ਲੱਗਿਆ ਨਾਨਕ ਦੀ ਤੁਸਾਂ ਨੇ ਮੰਗਣੀ ਕਰ ਦਿੱਤੀ। ਕਹਿਣ ਲੱਗੇ ਹਾਂ ਜੀ ਮਹਾਰਾਜ ਕਰ ਦਿੱਤੀ, ਭਗਵਾਨ ਆਪ ਜੀ ਦੀ ਦਇਆ। ਕਹਿਣ ਲੱਗੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਮੂਲੋ ਚੋਣਾ ਜੀ ਉਹਨਾਂ ਦਾ ਵੀ ਸੁਭਾਅ ਸਖਤ ਆ, ਤੁਹਾਡਾ ਵੀ ਸਖਤ ਆ, ਦਇਆ ਰੱਖੀ। ਹੁਣ ਤੂੰ ਕਬੀਲਦਾਰ ਆ। ਜਿਸ ਵਾਰ ਵਿਆਹ ਦੇ ਦਿਨ ਹੋਵਣ ਸਾਨੂੰ ਜ਼ਰੂਰ ਸੰਦੇਸ਼ਾ ਦੇਣਾ, ਅਸੀਂ ਨਾਨਕ ਦੀ ਸੇਵਾ ਕਰਾਂਗੇ। ਹੁਣ ਵੀ ਕੀਤੀ ਹੈ, ਪਿੱਛੇ ਵੀ ਕਰਦੇ ਆਏ ਹਾਂ ਅਤੇ ਗਾਹਾਂ ਵੀ ਅਸੀਂ ਕਰਾਂਗੇ। ਰਾਏ ਬਲਾਰ ਜੀ ਨੇ ਆਖਿਆ ਮਹਿਤਾ ਕਾਲੂ ਜੀ ਨੂੰ। ਮਹਿਤਾ ਕਾਲੂ ਜੀ ਦੇ ਪਿਤਾ ਦਾ ਨਾਮ ਭਾਈ ਸ਼ਹਿਬਰਾਮ ਆ। ਕਹਿਣ ਲੱਗੇ ਜੀ ਸਾਹਿਬ ਆਪ ਜੀ ਦਾ ਸਭ ਕੁਛ ਹੀ ਹੈ, ਬੇਅੰਤ ਕੁਛ ਆਪ ਜੀ ਦਾ ਬਖਸ਼ਿਸ਼ ਹੈ। ਆਪਾਂ ਵੀ ਵੱਡਿਆਂ ਨੂੰ ਮਾਣ ਬਖਸ਼ਦੇ ਹੀ ਹਾਂ ਨਾ। ਤਾਂ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਮੂਲੋ ਚੋਣਾ ਜੀ ਜਿਹਨੇ ਆਪਣੇ ਰਿਸ਼ਤੇਦਾਰ ਸਰਬੰਧੀ ਇਕੱਠੇ ਕਰੇ, ਵਿਆਹ ਦੇ ਦਿਨ ਬੰਨ੍ਹ ਦਿੱਤੇ। ਉਹੀ ਵਿਆਹ ਦੇ ਦਿਨ ਜਿਸ ਵਕਤ ਗੱਠ ਤੋਰੀ, ਸਗਨਾਂ ਦੀ ਚਿੱਠੀ ਤੋਰੀ, ਅਤੇ ਦੂਸਰੇ ਪਾਸੇ ਵੀ ਸੰਦੇਸ਼ਾ ਪਹੁੰਚ ਗਿਆ ਕਿ ਇਤਨੀ ਤਰੀਕ ਨੂੰ ਅਸੀਂ ਤੁਹਾਡੇ ਕੋਲ ਸਗਨਾਂ ਦੀ ਚਿੱਠੀ ਲੈ ਕਰਕੇ ਆਵਾਂਗੇ। ਸਗਨਾਂ ਦਾ ਸੰਦੇਸ਼ਾ ਲੈ ਕਰਕੇ ਆਵਾਂਗੇ। ਆਪਾਂ ਕਹਿੰਦੇ ਹਾਂ ਸਾਡੇ ਇਲਾਕੇ ਦੇ ਵਿੱਚ ਭਾਈ ਗੱਠ ਕਹਿੰਦੇ ਆ, ਜਲੰਧਰ ਦੇ ਇਲਾਕੇ ਦੇ ਵਿੱਚ ਸਗਨ ਕਹਿੰਦੇ ਆ, ਭਾਵ ਇੱਕੋ ਹੀ ਹੈ। ਤਾਂ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਮੂਲੋ ਚੋਣਾ ਜੀ ਉਹਨਾਂ ਦੇ ਗ੍ਰਹਿ ਤੋਂ ਸਾਰੇ ਰਿਸ਼ਤੇਦਾਰ ਇਕੱਠੇ ਹੋ ਕਰਕੇ ਗੱਠ ਤੋਰ ਦਿੱਤੀ, ਸਗਨਾਂ ਦੀ ਚਿੱਠੀ ਤੋਰ ਦਿੱਤੀ। ਦੂਸਰੇ ਪਾਸੇ ਵੀ ਰਿਸ਼ਤੇਦਾਰ ਇਕੱਠੇ ਕਰੇ ਹੋਏ ਸਨ। ਭੈਣ ਨਾਨਕੀ ਜੀ ਨੇ ਜਿਹੜੀਆਂ ਪਾਹ ਪੜੋਸ ਦੀਆਂ ਭੈਣਾਂ ਸਨ, ਗੁਆਂਢੀ ਸਨ, ਉਹਨਾਂ ਨੂੰ ਇਕੱਤਰ ਕੀਤਾ, ਜਿਨ੍ਹਾਂ ਦੇ ਨਾਲ ਮਿਲਵਰਤਨ ਕੀਤਾ ਹੋਇਆ ਸੀ ਕਿ ਅੱਜ ਸਗਨਾਂ ਦੀ ਚਿੱਠੀ ਆਉਣੀ ਹੈ। ਅਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਜਿਸ ਵਕਤ ਪੁਰੋਹਿਤ ਜੀ ਸਗਨਾਂ ਦੀ ਚਿੱਠੀ ਲੈ ਕੇ ਗਏ, ਭੈਣ ਨਾਨਕੀ ਜੀ ਨੇ ਤਥਾ ਸਾਰੇ ਪਰਿਵਾਰ ਨੇ ਰਲ ਮਿਲ ਕੇ ਜੀ ਆਇਆਂ ਆਖਿਆ। ਪਹਿਲਾਂ ਜਲ ਪਾਣੀ ਲੋਹ ਲੰਗਰਾਂ ਦੇ ਗੱਫੇ ਲਵਾਏ, ਆਪ ਵੀ ਛਕੇ, ਸੰਗਤਾਂ ਨੂੰ ਵੀ ਛਕਾਏ। ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਣੇ ਵੀ ਰਿਸ਼ਤੇਦਾਰੀ ਦੇ ਵਿੱਚ ਬੈਠੇ ਹਾਂ। ਕਹਿਣ ਲੱਗੇ ਚਿੱਠੀ ਆ ਗਈ। ਕਹਿਣ ਲੱਗੇ ਜੀ ਹਾਂ ਜੀ ਪੜ੍ਹ ਲਈ। ਸਮੇਂ ਦੇ ਮੁਤਾਬਕ ਰਾਏ ਭੋਏ ਕੀ ਤਲਵੰਡੀ ਵੀ ਸੰਦੇਸ਼ਾ ਭੇਜ ਦਿੱਤਾ ਕਿ ਇਤਨੀ ਤਰੀਕ ਨੂੰ ਬਰਾਤ ਦੀ ਰਵਾਨਗੀ ਹੋਣੀ। ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਨਾਨਕੇ ਸਨ, ਉਹਨਾਂ ਨੂੰ ਵੀ ਸੰਦੇਸ਼ੇ ਭੇਜੇ ਗਏ। ਮਾਝੇ ਦੇ ਇਲਾਕੇ ਦੇ ਵਿੱਚ ਹੋਏ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਨਕੇ। ਇਹਨਾਂ ਦੀ ਜਿਹੜੇ ਮਹਿਤਾ ਕਾਲੂ ਜਿਹਨਾਂ ਦੀ ਧਰਮ ਪਤਨੀ ਮਾਤਾ ਤ੍ਰਿਪਤਾ ਜੀ ਹੋਏ,
ਜਿਹੜੇ ਉਹਨਾਂ ਦੇ ਮਾਤਾ ਪਿਤਾ ਜੀ ਸਨ, ਮਾਤਾ ਦਾ ਨਾਂ ਭਰਾਈ ਇਤਿਹਾਸਾਂ ਦੇ ਵਿੱਚ ਆਉਂਦਾ ਤੇ ਪਿਤਾ ਦਾ ਨਾਂ ਭਾਈ ਰਾਮਾ ਜੀ ਆਉਂਦਾ। ਇੱਕ ਇਹਨਾਂ ਦਾ ਭਾਈ ਸੀ ਜਿਸ ਦਾ ਨਾਂ ਕ੍ਰਿਸ਼ਨਾ ਆ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਤਾਂ ਸਭ ਤੋਂ ਵੱਡੇ ਮਾਮਾ ਜੀ ਸਨ, ਰਿਸ਼ਤੇਦਾਰ ਸਨ। ਜਿਸ ਵਾਰ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਦੂਸਰੇ ਪਾਸੇ ਤਾਂ ਅਸੀਂ ਜਾਣਾ ਚਾਹੁੰਦੇ ਨਹੀਂ, ਕਿ ਜਿਸ ਵਕਤ ਪਤਾ ਲੱਗਿਆ ਕਿ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਆ ਗਿਆ ਤੇ ਭਾਈ ਕ੍ਰਿਸ਼ਨਾ ਜੀ ਉਹਨਾਂ ਨੂੰ ਬਹੁਤ ਚੌ ਚੜ੍ਹਿਆ। ਚੌ ਕੀ ਚੜ੍ਹਿਆ, ਜਿਹੜੇ ਗਰੀਬ ਲੋਕ ਸਨ ਉਹਨਾਂ ਨੂੰ ਵੀ ਦਾਨ ਬਖਸ਼ਿਸ਼ ਕੀਤਾ, ਭਾਵ ਦਾਨ ਕੀਤਾ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਮਾਝੇ ਤੋਂ ਚਿੱਠੀ ਭੇਜੀ, ਰਾਏ ਭੋਏ ਕੇ ਤਲਵੰਡੀ ਤੋਂ, ਕਿ ਤੁਹਾਡਾ ਸੰਦੇਸ਼ਾ ਮਿਲ ਗਿਆ, ਬਿਆਸਾ ਦੇ ਦਰਿਆ 'ਤੇ ਆਪਾਂ ਇਕੱਠੇ ਹੋਵਾਂਗੇ, ਫਿਰ ਆਪਾਂ ਸੁਲਤਾਨਪੁਰ ਜਾਵਾਂਗੇ। ਸਮੇਂ ਦੇ ਮੁਤਾਬਕ ਉਹਨਾਂ ਵਕਤਾਂ ਵਿੱਚ ਕਿਹੜੇ ਟੈਲੀਫੋਨ ਸਨ, ਪੱਤਰਕਾਵਾਂ ਹੀ ਸਨ। ਟੈਲੀਫੋਨ ਤਾਂ ਹੁਣ ਹੀ ਚੱਲੇ ਆ, ਭਾਈ ਵਾਇਰਲੈਸਾਂ ਵੀ ਚੱਲੀਆਂ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਬਿਆਸਾ ਦੇ ਦਰਿਆ 'ਤੇ ਸਾਰੇ ਸਤਸੰਗੀ ਇਕੱਠੇ ਹੋ ਗਏ। ਰਾਏ ਭੋਏ ਕੇ ਤਲਵੰਡੀ ਤੋਂ ਰਾਏ ਬਲਾਰ ਜੀ ਦਾ ਘੋੜਾ ਆਇਆ ਸੀ, ਜਿਸ ਦੀ ਅਸਵਾਰੀ ਕਰਨੀ ਸੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ। ਇੱਕ ਸੇਵਾਦਾਰ ਭੇਜਿਆ ਸੀ ਰਾਏ ਬਲਾਰ ਨੇ, ਜਿਹੜਾ ਕਿ ਘੋੜੀ ਦੀ ਸੇਵਾ ਕਰੇਗਾ। ਤਾਂ ਜਿਸ ਵਾਰ ਸਾਰਾ ਪਰਿਵਾਰ ਇਕੱਠਾ ਹੋਇਆ, ਨਾਨਕਿਆਂ ਕੰਨੀ ਤੇ ਵੀ ਆਏ, ਰਾਏ ਭੋਏ ਕੇ ਤਲਵੰਡੀ ਤੋਂ ਵੀ ਆਏ। ਮਹਿਤਾ ਕਾਲੂ ਦਾ ਛੋਟਾ ਵੀਰ ਵੀ ਆਇਆ, ਜਿਸ ਦਾ ਨਾਂ ਇਤਿਹਾਸਾਂ ਦੇ ਵਿੱਚ ਭਾਈ ਸਾਹਿਬ ਭਾਈ ਲਾਲੂ ਜੀ ਆ। ਕਿਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਜਿਹੜੇ ਛੋਟੇ ਵੀਰ ਸਨ, ਭਾਈ ਪੁੰਨੂ ਜੀ ਵੀ ਆਏ। ਕਿਤੇ ਸੈਂਸਾ ਨਾ ਕਰ ਲਿਓ। ਜਨਮ ਸਾਖੀ ਭਾਈ ਬਾਲਾ ਜੀ ਉਹਨਾਂ ਦੇ ਪ੍ਰਸੰਗ ਚੱਲਿਆ ਆ ਰਿਹਾ ਹੈ, ਪੜ੍ਹ ਕੇ ਵੇਖ ਲੈਣਾ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਜਿਸ ਵਾਰ ਸਾਰਾ ਹੀ ਪਰਿਵਾਰ ਬਿਆਸਾ ਦੇ ਦਰਿਆ 'ਤੇ ਇਕੱਤਰ ਹੋਇਆ, ਬੇੜਿਆਂ ਦੀ ਅਸਵਾਰੀ ਕਰਕੇ ਸੁਲਤਾਨਪੁਰ ਨਗਰ ਖੇੜੇ ਦੇ ਵਿੱਚ ਪਹੁੰਚ ਗਏ। ਤੇ ਜਿਸ ਵਾਰ ਸੁਲਤਾਨਪੁਰ ਨਗਰ ਖੇੜੇ ਦੇ ਵਿੱਚ ਪਹੁੰਚੇ, ਭੈਣ ਨਾਨਕੀ ਜੀ ਉਹਨਾਂ ਦਾ ਧਰਤੀ 'ਤੇ ਪਾਉ ਨਾ ਲੱਗੇ, ਭਾਈ ਜੈ ਰਾਮ ਜੀ ਉਹਨਾਂ ਦਾ ਵੀ ਧਰਤੀ 'ਤੇ ਪਾਉ ਨਾ ਲੱਗੇ। ਗਰੀਬਾਂ ਦੀ ਇਤਨੀ ਭੀੜ ਲੱਗ ਗਈ ਕਿ ਅੱਜ ਦੁਨੀਆ ਦੇ ਮਾਲਕ ਦੀ ਬਰਾਤ ਚੜ੍ਹਨੀ। ਤੇ ਜਿਹੜੇ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਵਿਸ਼ਨੂੰ ਭਗਵਾਨ ਜੀ ਨੇ, ਜਿਹੜਾ ਸਵਰਗਪੁਰੀ ਦਾ ਰਾਜਾ ਸੀ, ਜਿਹੜਾ ਕਿ ਸਵਰਗਪੁਰੀ ਦਾ ਰਾਜਾ ਸੀ ਇੰਦਰ ਦੇਵਤਾ, ਉਸ ਨੂੰ ਭੇਜਿਆ ਕਿਸ ਕਾਰਨ ਵਾਸਤੇ? ਕਹਿਣ ਲੱਗੇ, ਉਹ ਇੰਦਰ, ਸਾਡੇ ਅੱਜ ਪੁੱਤਰ ਦਾ ਵਿਆਹ ਆ। ਜਿਸ ਵਕਤ ਬਰਾਤ ਰਵਾਨਗੀ ਹੋਵੇਗੀ, ਘੋੜੇ ਦੀ ਅਸਵਾਰੀ ਹੋਵੇਗੀ, ਤੁਸਾਂ ਨੇ ਉਸ ਵਕਤ ਫੁੱਲਾਂ ਦੀ ਵਰਖਾ ਕਰਨੀ, ਆਮ ਮਾਨਸ ਸਰੀਰ ਧਾਰਨ ਕਰਕੇ। ਜਿਸ ਤਰ੍ਹਾਂ ਸਿੱਖ ਕੌਮ ਅਕਾਲ ਤਖਤ ਦੇ ਅਧੀਨ ਹੈ, ਜਿਸ ਤਰ੍ਹਾਂ ਸਿੱਖ ਕੌਮ ਅਕਾਲ ਤਖਤ ਦੇ ਅਧੀਨ ਹੈ, ਧੰਨ ਧੰਨ ਗੁਰੂ ਰਾਮਦਾਸ ਜੀ ਉਹਨਾਂ ਦੇ ਜਿਹੜਾ ਚਰਨਾਂ ਦੇ ਵਿੱਚ ਸਰੋਵਰ ਹੈ ਨਾ, ਚਰਨਾਂ ਦੇ ਵਿੱਚ ਸਰੋਵਰ ਹੈ ਨਾ ਗੁਰੂ ਰਾਮਦਾਸ ਜੀ ਦਾ, ਅਗਰ ਆਪਾਂ ਉੱਥੋਂ ਜਲ ਭਰ ਕੇ ਆਪਣੇ ਘਰ ਦੇ ਵਿੱਚ ਲੈ ਕੇ ਆ ਜਾਈਏ ਹੈ ਨਾ, ਉਸ ਦਾ ਜਲ ਦਾ ਛੱਟਾ ਮਾਰੀਏ, ਛਿੜਕਾ ਕਰੀਏ ਹੈ ਨਾ, ਫਿਰ ਵੀ ਆਪਣੇ ਅੱਤ ਭਾਗ ਚੰਗੇ ਆ। ਫਿਰ ਵੀ ਉਸ ਜਲ ਦੇ ਛਿੜਕਾਅ ਦੇ ਕਾਰਨ ਕਰਕੇ ਜਿਹੜਾ ਆਪਣੇ ਘਰ ਦੇ ਵਿੱਚ ਦੁੱਖ ਦਲਿੱਦਰ ਆ ਹੈ ਨਾ, ਉਹ ਰਾਮਦਾਸ ਜੀ ਹੁਣੀ ਆਪਣੇ ਕੋਲ ਬੁਲਾ ਲੈਂਦੇ ਆ।
ਆਪਣੇ ਕੋਲੋਂ ਘਰ ਵਿੱਚ ਜਲ ਲਿਆ ਨਹੀਂ ਹੋਣਾ ਤੇ ਦੁੱਖ ਦਲਿੱਦਰ ਦੂਰ ਨਹੀਂ ਹੋਣਾ। ਫਰਕ ਇੰਨਾ ਹੀ ਆ ਬਸ। ਜਲ ਤਾਂ ਆਪਣੇ ਨਲਕਿਆਂ ਦੇ ਘਰਾਂ ਦੇ ਵਿੱਚ ਵੀ ਬਥੇਰਾ ਆ। ਜਲ ਤਾਂ ਆਪਣੇ ਘਰਾਂ ਦੇ ਨਲਕਿਆਂ ਦੇ ਵਿੱਚ ਵੀ ਬਥੇਰਾ ਆ, ਪਰ ਉਸ ਜਲ ਦੇ ਵਿੱਚ, ਘਰਾਂ ਦੇ ਜਲ ਦੇ ਵਿੱਚ ਬਹੁਤ ਫਰਕ ਆ। ਉਸ ਜਲ ਦੇ ਵਿੱਚ, ਘਰਾਂ ਦੇ ਜਲ ਦੇ ਵਿੱਚ ਜ਼ਮੀਨ ਅਸਮਾਨ ਦਾ ਕੀ, ਕਈ ਕੋਹਾਂ ਦਾ ਹੀ ਫਰਕ ਆ। ਉਸ ਦੀ ਜਲ ਦੀ ਬਰੋਬਰੀ ਨਹੀਂ ਆਪਾਂ ਕਰ ਸਕਦੇ, ਆਪਾਂ ਵੀ ਨਹੀਂ ਕਰ ਸਕਦੇ ਜਲ ਦੀ ਬਰੋਬਰੀ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਜਿਸ ਵਕਤ ਮਾਨਸ ਸਰੀਰ ਧਾਰਨ ਕਰਕੇ ਇੰਦਰ ਰਾਜਾ ਵੀ ਆ ਗਿਆ। ਜਿਹੜੇ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ, ਮਾਮਾ ਕ੍ਰਿਸ਼ਨਾ ਜੀ ਵੀ ਪਹੁੰਚੇ, ਰਾਮਾ ਜੀ ਹੁਣੇ ਵੀ ਪਹੁੰਚੇ, ਮਾਤਾ ਭਰਾਈ ਵੀ ਪਹੁੰਚੀ, ਕਿਉਂਕਿ ਦੋਤਰੇ ਦਾ ਵਿਆਹ ਸੀ। ਦੋਤਰੇ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਹੈ ਨਾ, ਬੜੀ ਖੁਸ਼ੀਆਂ ਹੁੰਦੀਆਂ ਆ। ਜਿਹੜੇ ਆਪਣੇ ਵਰਗੇ ਗਰੀਬ ਲੋਕ ਸਨ ਉਹ ਪਹੁੰਚੇ ਹੋਏ ਸਨ ਕਿ ਅੱਜ ਸਾਨੂੰ ਦਾਨ ਮਿਲੇਗਾ, ਅੱਜ ਦੁਨੀਆ ਦੇ ਮਾਲਕ ਦੀ ਜਨ ਚੜ੍ਹਨੀ ਆ। ਆਗੇ ਫੁੱਲਾਂ ਵਾਲੀ ਵਰਖਾ ਹੋਵੇਗੀ। ਦੇਵ ਲੋਕ ਜੋ ਦੇਵ ਤੇ ਆਏ, ਫੁੱਲਾਂ ਵਾਲੀ ਵਰਖਾ ਹੋਵੇਗੀ। ਦੇਵ ਲੋਕ ਜੋ ਦੇਵ ਤੇ ਆਏ, ਫੁੱਲਾਂ ਵਾਲੀ ਵਰਖਾ ਹੋਵੇਗੀ। ਦੇਵ ਲੋਕ ਜੋ ਦੇਵ ਤੇ ਆਏ, ਫੁੱਲਾਂ ਵਾਲੀ ਰੰਗ ਲੱਖ ਬੈਕੰਠ ਰਹਾਂਦੇ, ਰੂਪ ਅਨੂਪ ਸਰੂਪ ਲੱਖ, ਇੰਦਰਪੁਰੀ ਬਹਾਂਦੇ। ਲੱਖ ਜੋਵਨ ਸ਼ੰਗਾਰ, ਲੱਖ ਲੱਖ ਵੇਸ ਕਰਾਂਦੇ। ਲੱਖ ਦੀਵੇ ਲੱਖ ਤਾਰਿਆਂ, ਦੋਏ ਸੂਰਜ ਚੰਦ। ਰਤਨ ਜਵੇਹਰ ਲੱਖ ਮਾਣੀ, ਜਗਮਗ ਰਹਾਂਦੇ। ਗੁਰਮੁਖ ਸੁਖ ਫਲ ਪੇਰਮ ਰਸ, ਜੋਤੀ ਨ ਪਚੰਦੇ। ਦੇਵ ਲੋਕ ਜੋ ਦੇਵ ਤੇ ਆਏ, ਫੁੱਲਾਂ ਵਾਲੀ ਵਰਖਾ। ਦੇਵ ਲੋਕ ਜੋ ਦੇਵ ਤੇ ਆਏ, ਫੁੱਲਾਂ ਵਾਲੀ ਵਰਖਾ ਹੋਵੇਗੀ। ਦੇਵ ਲੋਕ ਜੋ ਦੇਵ ਤੇ ਆਏ, ਫੁੱਲਾਂ ਵਾਲੀ ਵਰਖਾ ਹੋਵੇਗੀ। ਦੇਵ ਲੋਕ ਜੋ ਦੇਵ ਤੇ ਆਏ, ਫੁੱਲਾਂ ਵਾਲੀ
ਕ੍ਰਿਸ਼ਨਾ ਜੀ ਹੋਣੀ ਤਾਂ ਪੈਸਿਆਂ ਦੀ ਵਰਖਾ ਕਰਦੇ ਆ ਤੇ ਦੇਵਤੇ ਲੋਕ ਮਾਨਸ ਸਰੀਰ ਧਾਰਨ ਕਰਕੇ ਫੁੱਲਾਂ ਦੀ ਵਰਖਾ ਕਰਦੇ। ਜਿਹੜੇ ਆਪਣੇ ਵਰਗੇ ਫਕੀਰ ਲੋਕ ਸਨ ਹਨਾ, ਉਹਨਾਂ ਨੂੰ ਤਾਂ ਪੈਸਿਆਂ ਦੀ ਲੋੜ ਹੁੰਦੀ, ਜਿਨ੍ਹਾਂ ਨੇ ਕਿ ਉਹੀ ਕਮਾਉਣਾ ਤੇ ਉਹੀ ਛਕਣਾ। ਤਾਂ ਹੁਣ ਮਹਾਰਾਜ ਜੀ ਦੀ ਕਿਰਪਾ ਨਾਲ ਬਰਾਤ ਦੀ ਰਵਾਨਗੀ ਹੋਈ। ਘੋੜੇ ਦੀ ਸਵਾਰੀ ਕਰੀ, ਪੀਲੇ ਰੰਗ ਦੀ ਦਸਤਾਰ ਬੰਨੀ ਤੇ ਪੀਲੇ ਰੰਗ ਦੇ ਹੀ ਬਸਤਰ ਪਹਿਨੇ, ਹੱਥ ਦੇ ਵਿੱਚ ਸੋਟੀ ਪਕੜੀ ਤੇ ਸੁਲਤਾਨਪੁਰ ਨਗਰ ਖੇੜੇ ਦੇ ਵਿੱਚ ਤੇ ਹਨ ਹੁਣ ਬਰਾਤ ਦੀ ਰਵਾਨਗੀ ਹੋ ਗਈ। ਮਹਿਤਾ ਕਾਲੂ ਜੀ ਹੁਣੀ ਵੀ ਆਏ, ਲਾਲੂ ਜੀ ਹੁਣੀ ਵੀ ਆਏ, ਰਾਏ ਬਲਾਰ ਦਾ ਭੇਜਿਆ ਹੋਇਆ ਘੋੜਾ ਵੀ ਹਾਜ਼ਰ ਹੋਇਆ। ਘੋੜੇ ਦੀ ਸਵਾਰੀ ਕਰੀ, ਬਰਾਤ ਦੀ ਰਵਾਨਗੀ ਹੋਈ। ਆਸਤੇ ਆਸਤੇ ਸਫ਼ਰ ਨੂੰ ਤੈਅ ਕਰਦੇ ਹੋਏ ਕਿਸੇ ਨੇ ਹਨਾ ਖਾਰ ਖਾਧੀ। ਜਿਹੜੇ ਚੁਗਲੀ ਕਰਨ ਵਾਲੇ ਹੁੰਦੇ ਹਨ ਇਹਨਾਂ ਤੋਂ ਤਾਂ ਰੱਬ ਬਖਸ਼ੇ, ਇਹ ਨਹੀਂ ਕਿਸੇ ਨੂੰ ਵੀ ਛੱਡਦੇ। ਜਿਨ੍ਹਾਂ ਨੇ ਰੱਬ ਨੂੰ ਨਹੀਂ ਛੱਡਿਆ ਤਾਂ ਆਪਾਂ ਨੂੰ ਕਿਵੇਂ ਛੱਡ ਜਾਣਗੇ। ਕਿਸੇ ਨੇ ਚੁਗਲੀ ਮਾਰੀ, ਮੂਲੋ ਚੌਣਾ ਜੀ ਨੂੰ ਕਹਿਣ ਲੱਗੇ, ਉਹ ਤੂੰ ਰਿਸ਼ਤਾ ਕਰਨਾ ਸੀ ਕਿਸੇ ਜੀਵ ਦੇ ਕੋਲੋਂ ਤਾਂ ਪੁੱਛ ਲੈਂਦਾ, ਉਹ ਤਾਂ ਫਕੀਰ ਆ। ਜੇ ਚੰਗਾ ਹੁੰਦਾ ਤਾਂ ਆਪਣੇ ਪਿੰਡ ਤੋਂ ਨਾ ਬਰਾਤ ਦੀ ਰਵਾਨਗੀ ਕਰਦਾ। ਉਹ ਜੈ ਰਾਮ ਜੀ ਉਹਨਾਂ ਦੇ ਘਰ ਤੋਂ ਸੁਲਤਾਨਪੁਰ ਦੇ ਕੋਲੋਂ ਤਾਂ ਸੁਲਤਾਨਪੁਰ ਨਗਰ ਖੇੜੇ ਦੇ ਵਿੱਚ ਤਾਂ ਉਹਨਾਂ ਨੇ ਬਰਾਤ ਦੀ ਰਵਾਨਗੀ ਕੀਤੀ ਆ। ਤੇ ਮੂਲੋ ਚੌਣਾ ਜੀ ਉਹਨਾਂ ਨੇ ਮਨ ਕਰਕੇ ਸੋਚਿਆ, ਕਹਿਣ ਲੱਗੇ ਗੱਲ ਤਾਂ ਹੈ ਕਿ ਠੀਕ। ਕਹਿਣ ਲੱਗੇ ਹੁਣ ਫਿਰ ਮੈਂ ਕੀ ਕਰਾਂ। ਕਹਿਣ ਲੱਗੇ ਇਉਂ ਕਰ, ਬਰਾਤ ਅਜੇ ਦੂਰ ਆ। ਕਹਿਣ ਲੱਗੇ ਤੁਹਾਡੇ ਨਜ਼ਦੀਕ ਖੁੱਲ੍ਹਾ ਬਾੜਾ ਆ। ਕਹਿਣ ਲੱਗੇ ਫੇਰ ਮੈਂ ਕੀ ਕਰਾਂ ਹੁਣ। ਕਹਿਣ ਲੱਗੇ ਇਉਂ ਕਰ, ਕੱਚੀ ਕੰਧ ਉਸਾਰ ਦੇ। ਕੱਚੀ ਕੰਧ ਉਸਾਰ ਦੇ। ਮੋਟੀ ਸਾਰੀ ਉਹੋ ਜਿਹੀਆਂ ਮੋਟੀਆਂ ਕੰਧਾਂ ਅੱਜ ਰਾਜਸਥਾਨ ਦੇ ਇਲਾਕੇ ਦੇ ਵਿੱਚ ਕਿਤੇ ਕਿਤੇ ਮਿਲਦੀਆਂ। ਸੇਵਾਦਾਰਾਂ ਨੂੰ ਮੌਕਾ ਮਿਲਦਾ ਰਾਜਸਥਾਨ ਦੀ ਸਤਸੰਗੀਆਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਆ। ਤੇ ਉਸ ਇਲਾਕੇ ਦੇ ਵਿੱਚ, ਹਰਿਆਣੇ ਦੇ ਇਲਾਕੇ ਦੇ ਵਿੱਚ ਵੀ ਮੋਟੀਆਂ ਮੋਟੀਆਂ ਮਿੱਟੀ ਦੀਆਂ ਕੰਧਾਂ ਕਿਤੇ ਕਿਤੇ ਮਿਲਦੀਆਂ ਹਨ। ਉੱਥੇ ਵੀ ਅਸੀਂ ਭਾਈ ਆਰਾਮ ਕਰ ਲਈਦਾ, ਸੌਣਾ ਹੀ ਆ 2 ਘੜੀ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਜਿਹੜਾ ਥੱਕਿਆ ਹੋਇਆ ਇਨਸਾਨ ਹੁੰਦਾ ਹੈ ਨਾ, ਉਸ ਨੂੰ ਨੀਂਦ ਜ਼ਰੂਰ ਆ ਜਾਂਦੀ, ਭਾਵੇਂ ਰੋੜਾਂ ਦੇ ਉੱਪਰ ਵੀ ਆ ਜਾਂਦੀ ਹੈ, ਕੰਡਿਆਂ ਦੇ ਵਿਛਾਉਣਿਆਂ ਦੇ ਉੱਪਰ ਵੀ ਨੀਂਦ ਆ ਜਾਂਦੀ, ਜੇ ਖੁਦਾ ਦਿਲ ਦੇ ਵਿੱਚੋਂ ਨਾ ਵਿਸਰੇ। ਜੇ ਦਿਲ ਦੇ ਵਿੱਚ ਤੇ ਵਿਸਰ ਗਿਆ ਖੁਦਾ, ਤੇ ਫਿਰ ਮੱਖ ਵਾਲੇ ਦਰਿਆ ਦੇ ਉੱਪਰ ਵੀ ਨਹੀਂ ਨੀਂਦ ਆਉਂਦੀ। ਤੇ ਉਸ ਵਕਤ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਕੰਧ ਕੱਚੀ ਉਸਾਰੀ ਗਈ। ਕੰਧ ਦੇ ਨਜ਼ਦੀਕ 4 ਪਾਈ ਡਾਹੀ ਗਈ, ਜਿਸ ਨੂੰ ਆਪਾਂ ਕਹਿੰਦੇ ਹਾਂ ਮੰਜਾ। ਮੰਜੇ ਦੇ ਉੱਪਰ ਸੋਹਣੀ ਜਿਹੀ ਚਾਦਰ ਵਿਛਾ ਦਿੱਤੀ। ਤੇ ਮੂਲੋ ਚੌਣਾ ਜੀ ਉਹਨਾਂ ਨੇ ਲੜਕੀਆਂ ਨੂੰ ਆਖਿਆ, ਕਹਿਣ ਲੱਗੇ ਜਿਸ ਵਕਤ ਹੈ ਨਾ ਮਹਿਤਾ ਕਾਲੂ ਦਾ ਪੁੱਤਰ ਨੂੰ ਅਸੀਂ ਇਸ 4 ਪਾਈ ਤੇ ਬਹਾਵਾਂਗੇ, ਤੁਸਾਂ ਨੇ ਪਿੱਛੇ ਤੇ ਧੱਕਾ ਦੇ ਦੇਣਾ, ਆਪੇ ਫਤਿਹ ਹੋ ਜੂ। ਚੁਗਲੀ ਕਰਨ ਵਾਲੇ ਕਦੀ ਬਾਜ਼ ਨਹੀਂ ਆਉਂਦੇ, ਭਾਵੇਂ ਪੋਰੀ ਪੋਰੀ ਕੱਟੀ ਜਾਵੇ।
ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦਾ ਬਰਾਤ ਦਾ ਟਿਕਾਓ ਹੋਇਆ। ਮਿਲਣੀਆਂ ਵੀ ਹੋ ਗਈਆਂ। ਮਿਲਣੀਆਂ ਤੇ ਉਪਰੰਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਨੂੰ ਮੰਜੇ ਤੇ ਬਹਾਇਆ। ਮੰਜੇ ਤੇ ਬਹਾ ਕਰਕੇ ਇੱਕ ਸਿਆਣੀ ਮਾਤਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ, ਕਹਿਣ ਲੱਗੇ, ਪੁੱਤ ਆ ਕੰਧ ਗਿਰਨ ਵਾਲੀ ਆ, ਦੂਰ ਹੋ ਕੇ ਬਹਿ ਜਾ। ਕਿਉਂਕਿ ਜਿੱਥੇ ਨਿੰਦਕ ਬੈਠਦੇ ਹਨ ਉੱਥੇ ਭਲੇ ਪੁਰਸ਼ ਵੀ ਮਿਲ ਜਾਂਦੇ ਆ, ਕਿਤੇ ਨਾ ਕਿਤੇ ਜ਼ਰੂਰ ਮਿਲਦਾ। ਉੱਥੇ ਭਲਾ ਪੁਰਸ਼ ਵੀ ਜ਼ਰੂਰ ਮਿਲੇਗਾ ਆਪਾਂ ਨੂੰ ਬਚਾਉਣ ਵਾਸਤੇ। ਤੇ ਹੁਣ ਮਹਾਰਾਜ ਇਹਨਾਂ ਦੀ ਕਿਰਪਾ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਮਾਤਾ ਜੀ ਨੇ ਪਹਿਲਾਂ ਨਮਸਕਾਰ ਕਰੀ ਸੱਚੇ ਪਾਤਸ਼ਾਹ ਦੁਨੀਆ ਦੇ ਮਾਲਕ ਨੂੰ। ਕਹਿਣ ਲੱਗੇ, ਬੇਬੇ ਤੂੰ ਕਿਆ ਕਹਿੰਦੇ ਹੋ? ਕਹਿਣ ਲੱਗੇ, ਪੁੱਤ ਮੰਜੀ ਝੁੱਕ ਲਿਆ, ਇੱਥੋਂ ਕੰਧ ਡਿੱਗਣ ਵਾਲੀ ਆ। ਤਾਂ ਉਸ ਵਕਤ ਗੁਰੂ ਨਾਨਕ ਦੇਵ ਜੀ ਉਹਨਾਂ ਨੇ, ਜਿਸ ਤਰ੍ਹਾਂ ਆਪਾਂ ਵੀ ਜੇ ਕੋ ਸੋਚਣਾ ਸੋਚ ਹੋਵੇ ਹੈ ਨਾ, ਜਿਹੜੀ ਇੱਕ ਬਾਂਹ ਹੁੰਦੀ ਆ ਪਿਛਲੀ ਬਾਹੀ ਨੂੰ ਲਾ ਲੈਂਦੇ, ਪਿੱਛੇ ਨੂੰ ਮਾੜਾ ਜਿਹਾ ਆਸਰਾ ਦੇ ਲੈਂਦੇ ਸਰੀਰ ਨੂੰ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਬੈਠ ਗਏ ਜਿਸ ਤਰ੍ਹਾਂ ਅਣਜਾਣ ਜੀਵ ਬੈਠਦੇ ਆ। ਪਰ ਰੱਬ ਨੂੰ ਕੌਣ ਭੁਲਾਵੇ? ਰੱਬ ਨਹੀਂ ਭੁੱਲਦਾ। ਤੇ ਹੁਣ ਮਹਾਰਾਜ ਉਹਨਾਂ ਦੀ ਕਿਰਪਾ ਨਾਲ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਖਿਆ, ਕਹਿਣ ਲੱਗੇ, ਮਾਤਾ ਜੀ ਫਿਕਰ ਨਾ ਕਰ। ਇਹ ਜਿਹੜੀ ਤੁਸੀਂ ਕਹਿੰਦੇ ਕੰਧ ਗਿਰਨ ਵਾਲੀ ਹੈ ਨਾ, ਇਹ ਕਰਤਾਰ ਦੀ ਕਿਰਪਾ ਦੇ ਨਾਲ ਇਸ ਕੰਧ ਦੀ 4 ਯੁੱਗ ਆਰਜਾ ਹੋਵੇਗੀ। ਚਾਰ ਯੁੱਗ ਦੇ ਆਰਜਾ ਕੰਧ ਦੀ, ਪਾਰ ਦਿੱਤੇ ਦੁਨੀਆ ਦੇ ਮਾਲਕ ਨੇ। ਚਾਰ ਯੁੱਗ ਦੇ ਕੰਧ ਦੀ ਆਰਜਾ, ਪਾਰ ਦਿੱਤੇ ਦੁਨੀਆ ਦੇ ਮਾਲਕ ਨੇ। ਵਿਚਾਰੇ ਸੰਤ ਜਨ ਚਾਰ ਵੇਦ ਕਹਾਂਦੇ, ਭਗਤ ਮਖੇ ਸੇ ਬੋਲਦੇ ਸੋ ਬਚਨ ਹਵੰਦੇ। ਸੁਖ ਨ ਪਾਇਨ ਮੁਗਧ ਨਾਰ ਸੰਤ ਨਾਲ ਕਹਾਂਦੇ, ਓ ਲੋਚਨ ਉਹਨਾਂ ਗੁਨਹਿ ਨੋ ਹੰਕਾਰ ਕਰੇਂਦੇ। ਵੈਰ ਕਰਨ ਨਿਰਵੈਰ ਨਾਲ, ਧਰਮ ਨਿਆਏ ਪਚੰਦੇ। ਜੋ ਜੋ ਸੰਤ ਸਰਾਫਿਆ ਸੋ ਫਿਰੈ ਪਵੰਦ। ਪੇਟ ਮੱਡਾ ਹੂੰ ਕੱਟਿਆ ਤਿਸ ਟਾਲ ਸਕੰਦੇ। ਚਾਰ ਜਗ ਤੇ ਆਰਜਾ ਕੰਧ ਤੇ, ਵਾਰ ਦਿੱਤੇ ਦੁਨੀਆ ਦੇ ਮਾਲਕ ਨੇ। ਚਾਰ ਜਗ ਤੇ
ਮਾਲਕ ਨੇ ਚਾਰ ਜਗ ਦੇ ਆਰ ਜਾ ਕੰਧ ਦੇ ਵਾਰ ਦਿੱਤੇ ਦੁਨੀਆ ਦੇ ਮਾਲਕ ਨੇ ਚਾਰ ਜਗ ਦੇ ਆਰ ਜਾ ਕੰਧ ਦੇ ਵਾਰ ਦਿੱਤੇ ਮਾਲਕ ਨੇ ਚਾਰ ਜਗ ਦੇ ਆਰ ਜਾ ਕੰਧ ਦੇ ਵਾਰ ਦਿੱਤੇ ਮਾਲਕ ਨੇ। ਕਹਿਣ ਲੱਗੇ ਮਾਤਾ ਜੀ ਜਿਹੜੀ ਕੰਧ ਨੂੰ ਤੁਸੀਂ ਗੇਰਨਾ ਗਰਵਾਉਣਾ ਚਾਹੁੰਦੇ ਹੋ ਇਸ ਕੰਧ ਦੀ ਆਰਜਾ ਚਾਰ ਜੋਗੇ ਆ ਕਰਤਾਰ ਦੀ ਦਇਆ ਦੇ ਨਾਲ। ਫਿਕਰ ਨਾ ਕਰ ਬੇਬੇ ਗਿਰਦੀ ਨਹੀਂ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਉਹ ਕੰਧ ਅੱਜ ਵੀ ਖੜੀ ਆ। ਉਸ ਅਸਥਾਨ ਦਾ ਨਾਂ ਪਿਆ ਕੰਧ ਸਾਹਿਬ। ਦੇਖੋ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਕਿਤਨੀਆਂ ਬਰਕਾਂ ਦੇ ਮਾਲਕ ਗੁਰੂ ਨਾਨਕ ਦੇਵ ਜੀ ਹੋਏ ਆ। ਆਪਣੇ ਕੰਨੀ ਵੀ ਹੁਣ ਗੁਰਸਿੱਖੋ ਝਾਤੀ ਮਾਰ ਕੇ ਵੇਖੋ ਆਪਾਂ ਕੀ ਕਰਦੇ ਫਿਰਦੇ ਆ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਮੂਲੋ ਚੋਣਾ ਜੀ ਉਹਨਾਂ ਨੇ ਜਿਸ ਵਕਤ ਆਪਣਾ ਜ਼ੋਰ ਲਗਾ ਕੇ ਵੇਖ ਲਿਆ ਕੰਧ ਨਹੀਂ ਗਿਰਦੀ। ਮੂਲੋ ਚੋਣਾ ਜੀ ਉਹਨਾਂ ਨੇ ਹੱਥ ਜੋੜੇ ਕਹਿਣ ਲੱਗੇ ਨਾਨਕ ਫਕੀਰ ਸਾਨੂੰ ਬਖਸ਼ ਦੇਈ, ਸਾਨੂੰ ਤੁਸੀਂ ਬਖਸ਼ ਦੇਣਾ। ਕਹਿਣ ਲੱਗੇ ਮੂਲੋ ਚੋਣਾ ਜੀ ਪਿਤਾ ਜੀ ਤੁਹਾਨੂੰ ਕਰਤਾਰ ਬਖਸ਼ੇਗਾ। ਆਪਣਾ ਨਾਂ ਫੇਰ ਨਹੀਂ ਅੱਗੇ ਲਿਆਵੇ। ਆਪਣੇ ਵਿੱਚ ਤੇ ਫਕੀਰ ਲੋਕਾਂ ਦੇ ਵਿੱਚ ਇਹੋ ਹੀ ਫਰਕ ਆ। ਆਪਣੇ ਲੋਕਾਂ ਦੇ ਵਿੱਚ ਤੇ ਫਕੀਰ ਲੋਕਾਂ ਦੇ ਵਿੱਚ ਇਤਨਾ ਹੀ ਫਰਕ ਹੈ। ਆਪਾਂ ਗੁਰੂ ਨਾਨਕ ਕਿਵੇਂ ਬਣ ਜਾਵਾਂਗੇ? ਆਪਣੇ ਕੋਲੋਂ ਤਾਂ ਗੁਰੂ ਨਾਨਕ ਨਹੀਂ ਬਣਿਆ ਜਾਣਾ, ਨਾ ਬਣਨ ਦੀ ਆਸ ਹੀ ਆ। ਨਾ ਕੋਈ ਆਸ ਰੱਖਿਓ ਭਾਈ। ਆਪਾਂ ਤਾਂ ਗੁਰੂ ਨਾਨਕ ਦੇ ਗੁਣ ਤਾਂ ਗਾ ਲਵਾਂਗੇ, ਉਹਨਾਂ ਦੀ ਸਿਫਤ ਤਾਂ ਕਰ ਲਵਾਂਗੇ, ਇਸ ਪਾਸੇ ਮਨ ਦੀ ਚਾਹਨਾ ਹੀ ਨਹੀਂ। ਤੇ ਹੁਣ ਮਹਾਰਾਜ ਜੀ ਇਹਨਾਂ ਦੀ ਕਿਰਪਾ ਦੇ ਨਾਲ ਭਾਈ ਮਰਦਾਨਾ ਜੀ ਨੂੰ ਆਖਿਆ। ਕਹਿਣ ਲੱਗੇ ਭਾਈ ਮਰਦਾਨਾ ਜੀ ਆਪਾਂ ਨੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਲਾਵਾਂ ਕਰਵਾ ਲੈਣੀਆਂ। ਕਹਿਣ ਲੱਗੇ ਜੀ 7 ਬਚਨ ਤੇ ਨਾਲ ਹੀ ਵਿਧੀ ਆਖ ਦਿੱਤੀ। ਕਹਿਣ ਲੱਗੇ ਜੀ 7 ਬਚਨ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਉਸ ਵਕਤ ਮਹਿਤਾ ਕਾਲੂ ਜੀ ਉਹਨਾਂ ਨੇ ਵੀ ਵੇਦੀ ਬੁਲਾਏ ਹੋਏ ਸਨ। ਮੂਲੋ ਚੋਣਾ ਜੀ ਨੇ ਵੀ ਵੇਦੀ ਬੁਲਾਏ ਹੋਏ ਸਨ। ਪੰਡਤ ਲੋਕ ਬੁਲਾਏ ਹੋਏ ਸਨ। ਗੁਰੂ ਨਾਨਕ ਦੇਵ ਜੀ ਨੇ ਆਖਿਆ ਅਸੀਂ ਇਹਨਾਂ ਦੇ ਕੋਲੋਂ ਅੱਗ ਦੇ ਦੁਆਲੇ ਫੇਰੀ ਨਹੀਂ ਪਾਉਣੀ। ਕਹਿਣ ਲੱਗੇ ਫਿਰ ਮਹਾਰਾਜ ਜੀ ਲਾਵਾਂ ਕਿਵੇਂ ਹੋਣਗੀਆਂ? ਕਹਿਣ ਲੱਗੇ ਕਰਤਾਰ ਆਪੇ ਵਿਧੀ ਬਣਾਵੇਗਾ। ਉਹ ਕਰਤਾਰ ਆਪੇ ਹੀ ਵਿਧੀ ਬਣਾਵੇਗਾ। ਕਹਿਣ ਲੱਗੇ 7 ਬਚਨ। ਜੈ ਰਾਮ ਜੀ ਨੇ ਮਹਿਤਾ ਕਾਲੂ ਜੀ ਉਹਨਾਂ ਨੂੰ ਪਿਤਾ ਜੀ ਨੂੰ ਸਮਝਾ ਦਿੱਤਾ ਕਿ ਹੁਣ ਤੁਸੀਂ ਇੱਥੇ ਕੋਈ ਵਾਦ ਵਿਵਾਦ ਨਹੀਂ ਕਰਨਾ, ਕਿਉਂਕਿ ਸਖਤ ਸੁਭਾਅ ਦੇ ਸੀ। ਸਖਤ ਸੁਭਾਅ ਦੇ ਕੋਲ ਹਰੇਕ ਕੋਈ ਡਰਦਾ ਹੀ ਆ ਭਾਈ। ਅਸੀਂ ਵੀ ਡਰਦੇ ਹਾਂ ਭਾਈ ਸਖਤ ਸੁਭਾਵਾਂ ਦੇ ਕੋਲੋਂ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਉਸ ਵਕਤ ਰਾਤ ਆਰਾਮ ਕੀਤਾ, ਪ੍ਰਸ਼ਾਦਾ ਛਕਿਆ। ਗੁਰੂ ਨਾਨਕ ਦੇਵ ਜੀ ਨੇ ਬਾਲਾ ਜੀ ਤੇ ਮਰਦਾਨਾ ਜੀ ਨੂੰ ਆਖ ਦਿੱਤਾ। ਕਹਿਣ ਲੱਗੇ ਤੁਸਾਂ ਨੇ ਪਹਿਲਾਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਲੈਣੀ। ਕਹਿਣ ਲੱਗੇ ਜੀ 7 ਬਚਨ। ਉਹਨਾਂ ਵਕਤਾਂ ਵਿੱਚ ਆਮ ਘਰਾਂ ਦੇ ਵਿੱਚ ਦੇਸੀ ਘੀ ਮਿਲ ਜਾਇਆ ਕਰਦਾ ਸੀ। ਹੁਣ ਤਾਂ ਦੁਕਾਨਾਂ ਦੇ ਵਿੱਚੋਂ ਮਿਲਦਾ। ਉਹਨਾਂ ਵਕਤਾਂ ਵਿੱਚ ਘਰਾਂ ਦੇ ਵਿੱਚ ਬਲਟੋਏ ਭਰੇ ਹੁੰਦੇ ਸੀ ਦੇਸੀ ਘੀ ਦੇ ਕੜਾਹੇ। ਵਾਹਿਗੁਰੂ ਕੱਚੇ ਭਾਂਡੇ ਭਰੇ ਹੋਇਆ ਕਰਦੇ ਸੀ, ਕੱਚੇ ਭਾਂਡੇ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਪਹਿਲਾਂ ਦੇਗ ਬਣਾਈ ਗਈ। ਉਸ ਦੇ ਉਪਰੰਤ ਫਰਸ਼ ਵਿਛਾਇਆ ਗਿਆ, ਜਿਸ ਨੂੰ ਆਪਾਂ ਦਰੀ ਕਹਿੰਦੇ ਹਾਂ। ਸਾਡੇ ਇਲਾਕੇ ਦੇ ਵਿੱਚ ਫਰਸ਼ ਕਹਿੰਦੇ ਆ ਦਰੀ ਨੂੰ। ਫਰਸ਼ ਦੇ ਉੱਪਰ ਜਿਹੜੇ ਬਰਾਤੀ ਲੋਕ ਸਨ ਉਹ ਵੀ ਪਹੁੰਚ ਗਏ। ਜਿਹੜੇ ਮੂਲੋ ਚੋਣਾ ਜੀ ਉਹਨਾਂ ਦੇ ਕੰਨੀ ਤੇ ਰਿਸ਼ਤੇਦਾਰ ਆਏ ਹੋਏ ਸਨ ਉਹ ਵੀ ਬੈਠ ਗਏ। ਜਿਸ ਤਰ੍ਹਾਂ ਅੱਜ ਆਪਾਂ ਸਤਿਗੁਰੂ ਜੀ ਉਹਨਾਂ ਦੇ ਚਰਨਾਂ ਵਿੱਚ ਬੈਠੇ ਹਾਂ, ਇਸੇ ਤਰ੍ਹਾਂ ਸਾਰੇ ਹੀ ਬੈਠ ਗਏ। ਸਾਰੇ ਵੇਖਦੇ ਆ। ਪੰਡਤ ਵੀ ਆਏ ਹੋਏ ਆ।
ਅੱਗ ਬਲੀ ਨਹੀਂ ਫਿਰ ਕਿਵੇਂ ਹੋਣਗੇ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ, ਕਹਿਣ ਲੱਗੇ ਰਬਾਬ ਵਜਾ ਦੇ। ਜਿਸ ਵਕਤ ਰਬਾਬ ਵਜਾਈ, ਮੂਲ ਮੰਤਰ ਦਾ ਤੇ ਗੁਰਮੰਤਰ ਦਾ ਜਾਪ ਕਰਨਾ ਆਰੰਭਤਾ ਕਰ ਦਿੱਤਾ। ਮੂਲ ਮੰਤਰ ਦਾ ਅਤੇ ਗੁਰਮੰਤਰ ਦਾ ਜਾਪ ਕਰਨਾ ਆਰੰਭਤਾ ਕਰ ਦਿੱਤਾ। ਕਿਹਨਾਂ ਨੇ? ਭਾਈ ਮਰਦਾਨਾ ਜੀ ਨੇ। ਕਿਉਂਕਿ ਮਰਦਾਨਾ ਜੀ ਨੂੰ ਵੀ ਪਤਾ ਸੀ, ਭੈਣ ਨਾਨਕੀ ਜੀ ਨੂੰ ਵੀ ਪਤਾ ਸੀ ਕਿ ਇਹ ਰੱਬ ਹੈ। ਮਰਦਾਨਾ ਜੀ ਨੇ ਹੁਕਮ ਮੰਨਿਆ, ਰਬਾਬ ਵਜਾਈ। ਜਿਸ ਵਕਤ ਰਬਾਬ ਵਜਾਈ ਤਾਂ ਉਸ ਵਕਤ ਮੂਲ ਮੰਤਰ ਤੇ ਗੁਰਮੰਤਰ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੀਆਂ ਲਾਵਾਂ ਹੋ ਗਈਆਂ। ਸੱਚਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮਿਲਦਾ। ਸੱਚਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮਿਲਦਾ। ਸੱਚਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮਿਲਦਾ। ਵਿਛੜਿਆਂ ਨੂੰ ਮਿਲੇ ਸਤਿਗੁਰ ਵਿਛੜਿਆਂ ਨੂੰ ਮਿਲਦਾ। ਸੱਚਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮਿਲਦਾ। ਸੱਚਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮਿਲਦਾ। ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮਿਲਦਾ। ਸੱਚਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮਿਲਦਾ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਦਰਗੇ ਕਾ ਵਸੇਠ। ਹਰ ਨਾਮ ਮੰਤਰ ਦੜਾਇਂਦਾ ਕੱਟਾ ਹਮਾਰੋਗਾ। ਨਾਨਕ ਸਤਿਗੁਰ ਤਿਨ੍ਹਾ ਮਿਲਾਇਆ ਜਿਨਾ ਧੁਰੇ ਪਿਆ ਸੰਜਗ। ਤੋਹੀ ਦੀ ਆਵਾਜ਼ ਅੱਜ ਆਏ। ਵਿਆਹ ਹੋਇਆ ਬਾਬੇ ਨਾਨਕ ਦਾ। ਤੋਹੀ ਦੀ ਆਵਾਜ਼ ਅੱਜ ਆਈ। ਵਿਆਹ ਹੋਇਆ ਬਾਬੇ ਨਾਨਕ ਦਾ। ਤੋਹੀ ਦੀ ਆਵਾਜ਼ ਅੱਜ ਆਈ। ਵਿਆਹ ਹੋਇਆ ਬਾਬੇ ਨਾਨਕ ਦਾ। ਤੋਹੀ ਦੀ ਆਵਾਜ਼ ਅੱਜ ਆਈ। ਵਿਆਹ ਹੋਇਆ ਬਾਬੇ ਨਾਨਕ ਦਾ। ਵਿਆਹ ਹੋਇਆ ਜੀ 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 ਬਾਬੇ ਨਾਨਕ ਦਾ। ਹੋਇਆ ਜੀ ਬਾਬੇ ਨਾਨਕ ਦਾ। ਵਿਆਹ ਹੋਇਆ ਜੀ ਬਾਬੇ ਨਾਨਕ ਦਾ। ਤੋਹੀ ਦੀ ਆਵਾਜ਼ ਅੱਜ ਆਈ। ਵਿਆਹ ਹੋਇਆ ਬਾਬੇ ਨਾਨਕ ਦਾ। ਤੋਹੀ ਦੀ ਆਵਾਜ਼ ਅੱਜ ਆਈ। ਵਿਆਹ ਹੋਇਆ ਬਾਬੇ ਨਾਨਕ ਦਾ। ਤੋਹੀ ਦੀ ਆਵਾਜ਼ ਅੱਜ ਆਈ। ਵਿਆਹ ਹੋਇਆ ਬਾਬੇ ਨਾਨਕ ਦਾ। ਤੋਹੀ ਦੀ ਆਵਾਜ਼ ਅੱਜ ਆਈ। ਵਿਆਹ ਹੋਇਆ ਬਾਬੇ ਨਾਨਕ ਦਾ। ਤ੍ਰੇਤੇ ਯੁੱਗ ਦੇ ਅੰਦਰ ਰਾਮਚੰਦਰ ਦਾ ਵੀ ਵਿਆਹ ਹੋਇਆ, ਲਛਮਣ ਦਾ ਵੀ ਵਿਆਹ ਹੋਇਆ, ਸ਼ਤਰੂਘਨ ਭਰਤ ਦਾ ਵੀ ਵਿਆਹ ਹੋਇਆ। ਲਾਵਾਂ ਕਿਵੇਂ ਹੋਈਆਂ? ਰਾਜਗੁਰੂ ਹੁੰਦਾ ਸੀ ਉਹਨਾਂ ਵਕਤਾਂ ਦੇ ਵਿੱਚ।
ਰਾਜਗੁਰੂ ਹੋਇਆ ਵਿਸ਼ਵਾਮਿੱਤਰ, ਬ੍ਰਹਮ ਰਿਸ਼ੀ ਵਿਸ਼ਵਾਮਿੱਤਰ। ਜਨਕ ਰਾਜੇ ਦਾ, ਜਨਕ ਰਾਜਾ ਜੀ ਹੁਣੀ ਦੋ ਭਾਈ ਸਨ। ਜਨਕ ਰਾਜੇ ਦੀ ਆਪ ਦੀ ਲੜਕੀ ਨਹੀਂ ਸੀ। ਧਰਤੀ ਦੇ ਵਿੱਚ ਦੇ ਰਿਸ਼ੀਆਂ ਦੀ ਰਤ ਤੋਂ ਪੈਦਾ ਹੋਈ ਸੀ ਮਾਤਾ ਸੀਤਾ। ਇਤਿਹਾਸ ਪੜ੍ਹ ਕੇ ਵੇਖਣਾ ਰਮਾਇਣ ਕਥਾ ਦਾ। ਜਿਸ ਵਕਤ 12 ਸਾਲ ਦੀ ਔੜ ਲੱਗ ਗਈ, ਜੋਤਸ਼ੀਆਂ ਨੇ ਆਖਿਆ, ਕਹਿਣ ਲੱਗੇ ਰਾਜਨ, ਅਗਰ ਤੂੰ ਪਰਜਾ ਦਾ ਰਾਖਾ ਹੈ ਤੇ ਹਲ ਜੋੜ ਲੈ ਗਊ ਦੇ ਜਾਇਆਂ ਦੇ ਨਾਲ। ਸੋਨੇ ਦੀ ਪੰਜਾਲੀ ਹੋਵੇ, ਸੋਨੇ ਦਾ ਹਲ ਹੋਵੇ। ਅੱਜ ਕੱਲ੍ਹ ਕੋਈ ਰਾਜਾ ਕਰ ਸਕਦਾ? ਕੋਈ ਨਹੀਂ ਕਰ ਸਕਦਾ। ਸੋਨੇ ਦੀ ਪੰਜਾਲੀ ਹੋਵੇ, ਅਸੀਂ ਵੀ ਹਲਵਾ ਜੱਟ ਹਾਂ। ਸੋਨੇ ਦੀ ਪੰਜਾਲੀ ਹੋਵੇ, ਸੋਨੇ ਦਾ ਹੀ ਹਲ ਹੋਵੇ, ਸੋਨੇ ਦਾ ਹੀ ਅੱਗੇ ਫਾਲ ਹੋਵੇ। ਕਹਿਣ ਲੱਗੇ ਜੀ ਸੱਤ ਬਚਨ। ਜੋਤਸ਼ੀਆ ਦੇ ਹੁਕਮ ਅਨੁਸਾਰ ਜਨਕ ਰਾਜੇ ਨੇ ਹਲ ਵਾਹਿਆ। ਕਾਹ ਵਾਸਤੇ? ਪਰਜਾ ਦੇ ਰਾਖੇ ਵਾਸਤੇ, ਪਰਜਾ ਦੇ ਭਲਾਈ ਵਾਸਤੇ। ਅੱਜ ਕੱਲ੍ਹ ਕੋਈ ਰਾਜਾ ਚਲਾ ਲਓ। ਬਾਬੇ ਨਾਨਕ ਨੇ ਵੀ ਹਲ ਚਲਾਇਆ ਕਰਤਾਰਪੁਰ ਦੀ ਧਰਤੀ 'ਤੇ। ਅਤੇ ਹੁਣ ਮਹਾਰਾਜ ਇਹਨਾਂ ਦੀ ਕਿਰਪਾ ਦੇ ਨਾਲ ਮਿੱਟੀ ਦੇ ਭਾਂਡੇ ਦੇ ਵਿੱਚ ਤੇ ਮਾਤਾ ਦਾ ਜਨਮ ਹੋਇਆ। ਨਾਂ ਰੱਖਿਆ ਮਾਤਾ ਸੀਤਾ। ਆਪਣੀ ਤਾਂ ਮਾਤਾ ਸੀਤਾ ਹੀ ਆ, ਭਾਵੇਂ ਹਿੰਦੂ ਮਤ ਦੀ ਆ, ਆਪਣੇ ਮਾਤਾ ਜੀ ਹਨ। ਜਿਹੜੇ ਇਹਨਾਂ ਦੇ ਛੋਟੇ ਭਾਈ ਸਾਹਿਬ ਜੀ ਸਨ, ਉਹਨਾਂ ਦਾ ਨਾਂ ਸੀ ਅਸ਼ਟਭੁਜ। ਅਸ਼ਟਭੁਜ ਦੀਆਂ 3 ਲੜਕੀਆਂ ਸਨ। ਇਹਨਾਂ ਦੇ ਛੋਟੇ ਭਾਈ ਸਾਹਿਬ ਦਾ ਨਾਂ ਰਮਾਇਣ ਕਥਾ ਦਾ ਪ੍ਰਸੰਗ ਹੈ ਭਾਈ। ਉਹਨਾਂ ਦਾ ਨਾਂ ਸੀ ਅਸ਼ਟਭੁਜ। ਉਹਨਾਂ ਦੀਆਂ 3 ਲੜਕੀਆਂ ਸਨ, ਉਹ ਵੀ ਵਿਆਹੇ ਹੋਏ ਸਨ। ਵਿਸ਼ਵਾਮਿੱਤਰ ਜੀ ਨੇ ਲਾਵਾਂ ਕਰਵਾਈਆਂ ਅੱਗ ਬਾਲ ਕੇ ਅਲੱਗ ਅਲੱਗ। ਜਿਸਵਾ ਕੌਂਤੀ ਦੇ ਪੁੱਤਰ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਦਾ ਅਵਤਾਰ ਹੋਇਆ। ਜਿਹੜੇ ਪਾਂਡਵ ਸੀ ਉਹ 5 ਹੀ ਸੀ। ਚਮਕੌਰ ਦੀ ਧਰਤੀ ਦਾ ਰਾਜਾ ਸੀ ਚਮਨ ਰਾਜਾ। ਉਹਨਾਂ ਦੇ ਗ੍ਰਹਿ ਵਿਖੇ ਮਾਤਾ ਦ੍ਰੋਪਦੀ ਦਾ ਜਨਮ ਹੋਇਆ। ਵੱਡੇ ਵੱਡੇ ਰਾਜੇ ਮਹਾਰਾਜੇ ਆਏ ਮਾਤਾ ਦ੍ਰੋਪਦੀ ਨੂੰ ਵਿਆਹੁਣ ਵਾਸਤੇ। ਕਰਨ ਵੀ ਆਇਆ, ਦੁਰਯੋਧਨ ਵੀ ਆਇਆ, ਭੀਸ਼ਮ ਪਿਤਾਮਾ ਬਾਬਾ ਜੀ ਵੀ ਆਏ। ਜਿਸ ਵਕਤ ਮਹਾਰਾਜ ਇਹਨਾਂ ਦੀ ਕਿਰਪਾ ਦੇ ਨਾਲ ਕਰਨ ਚੜ੍ਹਿਆ, ਜੋ ਵਿਧੀ ਰੱਖੀ ਹੋਈ ਸੀ, ਤੇਲ ਦੇ ਕੜਾਹੇ ਦੇ ਉੱਪਰ 1000 ਫੁੱਟ 'ਤੇ ਸੋਨੇ ਦੀ ਮੱਛੀ ਬਣਾ ਕੇ ਉਸਦਾ ਹੀਰੇ ਦੀ ਅੱਖ ਲਾਈ ਹੋਈ ਸੀ। ਜਿਹੜਾ ਕਿ ਹੀਰੇ ਦੀ ਅੱਖ ਨੂੰ ਬਿਨ ਲਵੇਗਾ, ਉਸ ਦੇ ਨਾਲ ਮਾਤਾ ਦ੍ਰੋਪਦੀ ਦਾ ਵਿਆਹ ਕੀਤਾ ਜਾਵੇਗਾ। ਦੁਰਯੋਧਨ ਨੂੰ ਧੂੰਆਂ ਲੱਗਿਆ, ਉਹ ਵੀ ਥੱਲੇ ਆ ਗਿਆ, ਕਿਉਂਕਿ ਤੇਲ ਦੇ ਵਿੱਚ ਤਾਂ ਧੂੰਆਂ ਹੀ ਨਿਕਲਦਾ ਨਾ। ਜਿਸ ਵਾਰ ਕਰਨ ਚੜ੍ਹਨ ਲੱਗਿਆ ਪਟੜੇ ਦੇ ਉੱਪਰ, ਦ੍ਰੋਪਦੀ ਮਾਤਾ ਜੀ ਨੇ ਪੁੱਛ ਲਿਆ, ਕਹਿਣ ਲੱਗੇ, ਉਹ ਭਾਈ ਨਾਨਕੇ ਕਿੱਥੇ? ਕਿਉਂਕਿ ਵਿਧੀ ਸਮਝਾਈ ਹੋਈ ਸੀ ਪਾਂਡਵਾਂ ਨੇ। ਕਹਿਣ ਲੱਗੇ ਜੀ ਉੱਥੇ ਕਰਨ ਦੀਆਂ ਅੱਖਾਂ ਮਲਝਾ ਗਈਆਂ, ਹਿਆ ਨਾ ਹੋਇਆ ਪਟੜੇ ਦੇ ਉੱਪਰ ਚੜ੍ਹਨ ਦਾ। ਤੇ ਚਮਨ ਰਾਜੇ ਨੇ ਐਲਾਨ ਕੀਤਾ, ਕਹਿਣ ਲੱਗੇ, ਮੈਂ ਮਾਤ ਲੋਕ ਦਾ ਰਾਜਾ ਹੋ ਕਰਕੇ ਮੇਰੀ ਰਾਜ ਕੰਨਿਆ ਨੇ ਕੋਈ ਵਿਆਹੁਣ ਨੂੰ ਹਾਜ਼ਰ ਨਹੀਂ ਹੋਇਆ। ਕਿਆ ਗੱਲ ਦੁਨੀਆ ਦੇ ਉੱਪਰ ਮਾਤ ਲੋਕ ਦੇ ਵਿੱਚ ਛਤਰੀ ਫਤਿਹ ਹੋ ਗਈ? ਉਸ ਵਕਤ ਵੇਦ ਵਿਆਸ ਜੀ ਹੁਣ ਵੀ ਪਹੁੰਚੇ ਹੋਏ ਸਨ, ਮਾਤਾ ਮਸ਼ੋਦਰੀ ਦੇ ਪੁੱਤ, ਜਿਹੜਾ ਕਿ ਪਾਰਾਸੁਰ ਰਿਸ਼ੀ ਦਾ ਪੁੱਤ ਹੋਇਆ ਵੇਦ ਵਿਆਸ। ਇੱਕ ਵੇਦ ਵਿਆਸ ਜੀ ਹੋਏ, ਇੱਕ ਇਕੱਲੇ ਵਿਆਸ ਜੀ ਹੋਏ। ਇਹ ਇਕੱਲੇ ਵਿਆਸ ਜੀ ਹੈ, ਜਿਹੜਾ ਕਿ ਪਾਰਾ ਰਿਸ਼ੀ ਦਾ ਪੁੱਤਰ ਹੋਇਆ। ਇਤਿਹਾਸ ਪੜ੍ਹ ਕੇ ਦੇਖਣਾ, ਇਹ ਮਹਾਭਾਰਤ ਦਾ ਥੋੜ੍ਹਾ ਜਿਹਾ ਦ੍ਰਿਸ਼ਟਾਂਤ ਹੈ।
ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਵੇਦ ਬਿਆਸ ਜੀ ਹੁਣ ਵੀ ਪਹੁੰਚੇ ਹੋਏ ਸਨ। ਜਿਸ ਵਾਰ ਐਸਾ ਬਚਨ ਆਖਿਆ, ਭੀਸ਼ਮ ਪਿਤਾਮਾ ਬਾਬਾ ਜੀ ਨੇ ਅਖੀਰ ਬਣਿਆ ਹੋਇਆ ਵੇਖਿਆ, ਹੱਥ ਦਾ ਇਸ਼ਾਰਾ ਕੀਤਾ, ਕਹਿਣ ਲੱਗੇ ਅਰਜਨ ਕਿਰਪਾ ਕਰ ਦੇ। ਤਾਂ ਉਸ ਵੀ ਵਕਤ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਪਟੜੇ ਤੇ ਚੜ੍ਹਨ ਤੋਂ ਪਹਿਲਾਂ ਕੜਾਹੇ ਦੇ ਉੱਪਰ ਪਟੜਾ ਰੱਖਿਆ ਹੋਇਆ ਸੀ। ਚੜ੍ਹਨ ਤੋਂ ਪਹਿਲਾਂ ਭੀਸ਼ਮ ਪਿਤਾਮਾ ਬਾਬਾ ਜੀ ਦੇ ਚਰਨਾਂ ਦੇ ਵਿੱਚ ਤੀਰ ਛੱਡਿਆ, ਨਮਸਕਾਰ ਕਰੀ। ਦਰੋਣੋਚਾਰੀਆ ਬਾਬਾ ਜੀ ਹੁਣ ਵੀ ਪਹੁੰਚੇ ਸਨ, ਇਹਨਾਂ ਦੇ ਵੀ ਚਰਨਾਂ ਦੇ ਵਿੱਚ ਨਮਸਕਾਰ ਕਰੀ। ਕਹਿਣ ਲੱਗੇ ਅਰਜਨਿਆ ਪਾਂਡੋ ਹੈ। ਤੇ ਉਸੇ ਵਕਤ ਪਟੜੇ ਦੇ ਉੱਪਰ ਚੜ੍ਹਿਆ, ਕੜਾਹੇ ਦੇ ਉੱਪਰ ਚੜ੍ਹਿਆ ਤੇ ਉਸੇ ਵਕਤ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਤੀਰ ਦਾ ਨਿਸ਼ਾਨਾ ਕੀਤਾ। ਕਿਵੇਂ ਕੀਤਾ? ਜਿਹੜੀਆਂ ਅੱਖਾਂ ਸੀ ਉਹ ਥੱਲੇ ਨੂੰ, ਤੇਲ ਦੇ ਕੜਾਹੇ ਦੇ ਵਿੱਚ ਤਾਹਾਂ ਨੂੰ ਤੀਰ ਛੱਡਿਆ। ਆਪਣੇ ਵਿੱਚ ਵੀ ਕਈ ਨਿਸ਼ਾਨ 'ਚ ਹੋਣੇ, ਉਹਨਾਂ ਕੰਨੀ ਝਾਤੀ ਮਾਰ ਕੇ ਵੇਖੋ ਜਰਾ ਕਿ ਆਪਾਂ ਇਹ ਕਰਤੱਵ ਕਰ ਸਕਦੇ ਹਾਂ? ਕਦੀ ਵੀ ਨਹੀਂ ਹੋ ਸਕਦਾ। ਇਹ ਕਰਤੱਵ ਕਦੇ ਨਹੀਂ ਹੋ ਸਕਦਾ। ਪਾਂਡੋ ਕੋਈ ਮਾਤ ਲੋਕ ਦੇ ਜੀਵ ਨਹੀਂ ਸੀ, ਦੇਵਤੇ ਲੋਕ ਸੀ। ਇਤਿਹਾਸ ਪੜ੍ਹ ਕੇ ਵੇਖਣਾ, ਨਿੰਦਿਆ ਨਹੀਂ ਕਰਨੀ। ਉਸੇ ਵਕਤ ਜੈਮਾਲਾ ਪਾਈ। ਜੈਮਾਲਾ ਪਾਉਣੇ ਤੇ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਦ੍ਰੋਪਦ ਰਾਜਾ ਕਹਿਣ ਲੱਗੇ ਮਨਾ ਇਹ ਪੰਜ ਆ। ਲੜਕੀਆਂ ਦੀ ਸ਼ਾਦੀ ਤਾਂ ਇੱਕ ਨਾਲ ਹੁੰਦੀ ਹੈ। ਤਾਂ ਉਸ ਵਕਤ ਬਿਆਸ ਜੀ ਨੇ ਲਾਵਾਂ ਕਰਵਾਈਆਂ ਸੀ। ਰਮਾਇਣ ਮਹਾਭਾਰਤ ਗ੍ਰੰਥ ਦਾ ਪ੍ਰਸੰਗ ਹੈ ਭਾਈ। ਕੌਂਤੀ ਦੇ ਪੁੱਤਰਾਂ ਦੇ ਲਾਵਾਂ ਹੋਈਆਂ, ਕਿਵੇਂ ਹੋਈਆਂ? ਅੱਗ ਬਾਲ ਕੇ ਹੋਈਆਂ। ਰਾਮ ਚੰਦਰ ਦੀਆਂ ਅੱਗ ਕਿਵੇਂ ਲਾਵਾਂ ਹੋਈਆਂ? ਅੱਗ ਦੀਆਂ ਪ੍ਰਦਖਣਾ ਕਰੀਆਂ, ਪ੍ਰਕੰਮਿਆਂ ਕਰੀ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਨਾਂ ਦੇ ਆਪਾਂ ਨੂੰ ਲੜ ਲਾਇਆ? ਦਸ਼ਮੇਸ਼ ਪਿਤਾ ਜੀ ਨੇ ਆਪਾਂ ਨੂੰ ਕਿਹਨਾਂ ਦੇ ਲੜ ਲਾਇਆ? ਤੇ ਗੁਰੂ ਰਾਮਦਾਸ ਜੀ ਉਹਨਾਂ ਦੀਆਂ ਕਿਵੇਂ ਲਾਵਾਂ ਹੋਈਆਂ? ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। 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 ਗੁਰੂ ਮਾਨਿਓ ਗ੍ਰੰਥ, 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 ਗੁਰੂ ਮਾਨਿਓ ਗ੍ਰੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਭ ਸਿੱਖਨ ਕੋ ਗੁਰੂ ਮਾਨਿਓ ਗ੍ਰੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜਾ ਕਾ ਹਿਰਦਾ ਸ਼ੁੱਧ ਹੈ, ਖੋਜ ਸ਼ਬਦ ਮੈਲੇ। ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਏ। ਖਵਾਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਵਹ ਗੁਰੂ ਨਾਮ ਜਹਾਜ ਹੈ, ਚੜ੍ਹੇ ਸੁਤਰੇ ਪਾਰ। ਜੋ ਸ਼ਰਦਾ ਕਰ ਸੇਵਦੇ, ਗੁਰ ਪਾਰ ਅਤਾਰਨ ਹਾਰ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਭ ਸਿੱਖਨ ਕੋ
ਮਾਨਿਓ ਗ੍ਰੰਥ ਗੁਰੂ 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 ਮਾਨਿਓ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਸਭ ਸਿੱਖਣ ਕੋ ਗੁਰੂ ਮਾਨਿਓ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਰਾਮਦਾਸ ਜੀ ਨੇ 4 ਲਾਵਾਂ ਉਚਾਰਨ ਕਰੀਆਂ ਭਾਈ ਭਾਨਾ ਜੀ ਦੀ ਲੜਕੀ ਤੇ। ਇਤਿਹਾਸ ਪੜ੍ਹ ਕੇ ਵੇਖਣਾ ਸੂਰਜ ਪ੍ਰਕਾਸ਼ ਦਾ। ਜੀ ਤਾਂ ਕਰਦਾ ਹੋਰ ਲਾਉਣੇ ਨੂੰ 2-4 ਘੰਟੇ ਹੋਰ ਵੀ ਲਾ ਲਈਏ, ਪਰ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ। ਭਾਈ ਭਾਨਾ ਜੀ ਉਹਨਾਂ ਦੀ ਲੜਕੀ ਦੀ ਸ਼ਾਦੀ ਤੇ ਆਣ ਕੇ ਗੁਰੂ ਰਾਮਦਾਸ ਜੀ ਦੇ ਅੱਗੇ ਬੇਨਤੀ ਕਰੀ, ਸੱਚੇ ਪਾਤਸ਼ਾਹ ਜਿਹੜਾ ਪੰਡਤ ਘੜੀਆਂ ਸੋਧ ਕੇ ਲਾਵਾਂ ਕਰਵਾਉਂਦੇ ਆ, ਮਹਾਰਾਜ ਜੀ 2 ਪੰਡਤ ਚਲੇ ਗਏ, 4 ਪੰਡਤ ਬੈਠਿਆ ਕਰਦੇ ਸੀ ਲਾਵਾਂ ਕਰਵਾਉਣ ਵਾਸਤੇ, 4 ਫੇਰ ਲਾਵਾਂ ਹੋਇਆ ਕਰਦੀਆਂ ਸੀਗੀਆਂ। 2 ਪੰਡਤਾਂ ਦਾ ਟੇਵਾ ਨਾ ਰਲਿਆ, ਪੰਡਤ ਉੱਠ ਕੇ ਚਲੇ ਗਏ। ਭਾਈ ਭਾਨਾ ਜੀ ਨੇ ਸੋਚਿਆ ਹੁਣ ਲਾਵਾਂ ਕਿਵੇਂ ਹੋਣਗੀਆਂ। ਭਾਈ ਭਾਨਾ ਜੀ ਹੋਣੀ ਗੁਰੂ ਰਾਮਦਾਸ ਵਾਹਿਗੁਰੂ ਗੁਰ ਅਮਰਦਾਸ ਜੀ ਉਹਨਾਂ ਦੇ ਸਤ ਸੰਗੀ ਸਨ। ਉਹਨਾਂ ਨੇ ਗੁਰੂ ਰਾਮਦਾਸ ਜੀ ਉਹਨਾਂ ਦੇ ਜਾ ਕੇ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਜੀ 2 ਪੰਡਤ ਟੇਵਾ ਨਾ ਮਿਲਣ ਦੇ ਕਾਰਨ ਕਰਕੇ ਗੁੱਸੇ ਹੋ ਕੇ ਚਲ ਗਏ, ਕਿਰਪਾ ਕਰ ਦਿਓ ਲੜਕੀ ਦਾ ਕਾਰਜ ਆ ਸੰਪੂਰਨ ਕਰ ਦਿਓ। ਕਹਿਣ ਲੱਗੇ ਚੱਲ ਭਾਈ ਭਾਨੇ ਅਸੀਂ ਆਏ ਤੇਰੇ ਮਗਰ, ਫਿਕਰ ਨਾ ਕਰ। ਗੁਰੂ ਨਾਨਕ ਦੇਵ ਜੀ ਉਹਨਾਂ ਦੀ ਕਿਰਪਾ ਦੇ ਨਾਲ ਐਸਾ ਵਿਆਹ ਕਰਵਾਵਾਂਗੇ ਦੁਨੀਆ ਦੇ ਉੱਪਰ ਨਾ ਹੋਵੇਗਾ, ਮਰਜ਼ਾਦਾ ਚੱਲੇਗੀ। ਤੇ ਕਹਿਣ ਲੱਗੇ ਮਹਾਰਾਜ ਜੀ ਫਿਰ ਸਮਾਨ ਕੀ ਸਿੱਧਾ ਕੀ? ਕਹਿਣ ਲੱਗੇ ਕੜਾਹ ਪ੍ਰਸ਼ਾਦੀ ਦੇਗ ਬਣਾ ਲਈ, ਬਸ ਤਿਆਰੀ ਕਰ ਲੈ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਪੰਡਤ ਤਾਂ ਹੁਣ ਚਲੇ ਗਏ ਆਪਣੇ ਘਰਾਂ ਨੂੰ, 2 ਪੰਡਤ ਰਹਿ ਗਏ। ਤੇ ਗੁਰੂ ਰਾਮਦਾਸ ਜੀ ਉਹਨਾਂ ਨੇ ਕਿਰਪਾ ਕੀਤੀ, ਭਾਈ ਭਾਨਾ ਜੀ ਉਹਨਾਂ ਨੇ ਇਤਨੇ ਨੂੰ ਕੜਾਹ ਪ੍ਰਸ਼ਾਦੀ ਦੇਗ ਬਣਾ ਲਈ। ਵਾਹਿਗੁਰੂ ਸ਼ਾਮ ਨੂੰ ਭਾਈ ਭਾਨਾ ਜੀ ਉਹਨਾਂ ਦੇ ਗ੍ਰਹਿ ਨੂੰ ਭਾਗ ਲਾਏ। ਗੁਰੂ ਰਾਮਦਾਸ ਜੀ ਨੇ ਸ਼ਾਮ ਨੂੰ ਹਾਜ਼ਰ ਹੋਏ, ਦਰਸ਼ਨ ਕੀਤੇ ਸੰਗਤ ਦੇ, ਆਰਾਮ ਕੀਤਾ ਭਾਈ ਭਾਨਾ ਜੀ ਦੇ ਗ੍ਰਹਿ ਵਿਖੇ। ਅੰਮ੍ਰਿਤ ਵੇਲਾ ਹੋਇਆ, ਕਹਿਣ ਲੱਗੇ ਭਾਈ ਭਾਨੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਲਾਵਾਂ ਕਰਵਾ ਦੇਣੀਆਂ ਆਪਾਂ ਨੇ। ਕਹਿਣ ਲੱਗੇ ਮਹਾਰਾਜ ਜੀ ਮਰਜ਼ਾਦਾ। ਕਹਿਣ ਲੱਗੇ ਜੀ ਬਾਲਾ ਤੇਰਾ ਖਰਚਾ ਨਹੀਂ ਹੋਣ ਦਿੰਦੇ, ਕੜਾਹ ਪ੍ਰਸ਼ਾਦੀ ਦੇਗ ਹੀ ਬਣਾ ਲਈ ਬਸ। ਕਹਿਣ ਲੱਗੇ ਜੀ 7 ਬਚਨ। ਉਸੀ ਬਾਤ ਭਾਈ ਭਾਨਾ ਜੀ ਉਹਨਾਂ ਨੇ ਰਲ ਮਿਲ ਕੇ ਦੇਗ ਕੜਾਹ ਪ੍ਰਸ਼ਾਦੀ ਦੇਗ ਬਣਾਈ। ਭਾਈ ਭਾਨਾ ਜੀ ਦੀ ਲੜਕੀ ਤੇ ਸਾਧ ਸੰਗਤ 4 ਲਾਵਾਂ ਉਚਾਰਨ ਕਰੀਆਂ ਸਨ ਗੁਰੂ ਰਾਮਦਾਸ ਜੀ ਨੇ। ਇਤਿਹਾਸ ਪੜ੍ਹ ਕੇ ਵੇਖਣਾ ਸੂਰਜ ਪ੍ਰਕਾਸ਼ ਦਾ। ਅਸੀਂ ਆਪਣੇ ਮਨੋਂ ਕਲਪਨਾ ਨਹੀਂ ਕਰਦੇ, ਨਾ ਕਰਨਾਗੇ, ਨਾ ਆਸ ਹੀ ਅੱਗੇ। ਭਾਈ ਭਾਨਾ ਜੀ ਉਹਨਾਂ ਦੀ ਲੜਕੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ 4 ਲਾਵਾਂ ਉਚਾਰਨ ਕੀਤੀਆਂ ਸੀ ਕਿਹਨਾਂ ਨੇ? ਗੁਰੂ ਰਾਮਦਾਸ ਜੀ ਨੇ। ਜਿਹੜੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਅੱਗੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਫਲਵਾੜੀ ਹੋਵੇਗੀ ਹੈ ਨਾ, ਉਹ ਇਹ 4 ਲਾਵਾਂ ਦਾ ਪਾਠ ਹੋਇਆ ਕਰੇਗਾ ਤਾਂ ਵਿਆਹ ਸੰਪੂਰਨ ਨਿਰਵਿਘਨ ਸੰਪੂਰਨ ਹੋ ਜਾਇਆ ਕਰੇਗਾ। ਤੇ ਗੁਰੂ ਨਾਨਕ ਦਾ ਵੀ ਇਵੇਂ ਹੋਇਆ ਹੀ ਸੀ। ਮਰਜ਼ਾਦਾ ਦੇ ਵਿੱਚ ਕੋਈ ਫਰਕ ਨਹੀਂ ਹੋਇਆ। ਮੂਲ ਮੰਤਰ ਦਾ ਤੇ ਗੁਰਮੰਤਰ ਪੜ੍ਹਿਆ ਭਾਈ ਮਰਦਾਨਾ ਜੀ ਨੇ ਰਵਾਬ ਦੇ ਨਾਲ, ਤੇ ਗੁਰੂ ਨਾਨਕ ਦੇਵ ਜੀ ਉਹਨਾਂ ਨੇ 4 ਲਾਵਾਂ ਫੇਰੀ ਪਾ ਲਈ। ਪਰਕੰਮਿਆ ਜਿਸ ਨੂੰ ਕਹਿੰਦੇ ਹਾਂ ਆਪਾਂ, ਭਾਈ ਪਰਕੰਮਿਆ ਹੋਈਆਂ, ਕਰਤਾਰ ਦੇ ਅੱਗੇ ਨਮਸਕਾਰ ਕੀਤੀ। ਮਾਤਾ ਸੁਲੱਖਣੀ ਦੇ ਨਾਲ ਵਿਆਹ ਹੋਇਆ। ਤੇ ਕਹਿਣ ਲੱਗੇ ਜੀ ਹੁਣ ਸਾਨੂੰ ਬਰਾਤ ਦੀ ਰਵਾਨਗੀ ਬਖਸ਼ ਦਿਓ। ਕਹਿਣ ਲੱਗੇ ਚੰਗਾ ਜੀ ਸ਼ਾਮ ਨੂੰ ਬਖਸ਼ ਦੇਵਾਂਗੇ, ਹੁਣ ਪ੍ਰਸ਼ਾਦੇ ਦਾ ਵਕਤ ਹੈ, ਪ੍ਰਸ਼ਾਦਾ ਛਕੋ। ਪਹਿਲਾਂ ਪ੍ਰਸ਼ਾਦਾ ਛਕਿਆ, ਬਰਾਤੀਆਂ ਨੇ ਵੀ ਛਕਿਆ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਛਕਿਆ, ਜਿਹੜੇ ਮੁੱਲੋਂ ਚੋਣਾ ਜੀ ਉਹਨਾਂ ਦੇ ਕੰਨੀ ਤੇ ਰਿਸ਼ਤੇਦਾਰ ਆਏ ਹੋਏ ਸਨ ਉਹਨਾਂ ਨੇ ਵੀ ਛਕਿਆ।
ਛਕਣ ਤੇ ਉਪਰੰਤ ਬਰਾਤ ਦੀ ਰਵਾਨਗੀ ਹੋਣੇ ਲੱਗ ਪਈ। ਗੁਰੂ ਨਾਨਕ ਦੇ ਪਾਤਸ਼ਾਹ ਜੀ ਹੁਣੀ ਬਾਲਾ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਮੂਲੋ ਚੋਣਾ ਜੀ ਉਹਨਾਂ ਦੇ ਘਰ ਗਏ। ਘਰਾਂ ਗਏ, ਮਾਤਾ ਸੁਲੱਖਣੀ ਜੀ ਉਹਨਾਂ ਨੂੰ ਨਾਲ ਲੈ ਕਰਕੇ ਸਾਧ ਸੰਗਤ ਜੀ ਬਟਾਲੇ ਨਗਰ ਖੇੜੇ ਤੋਂ ਰਵਾਨਗੀ ਹੋ ਗਈ। ਸਮੇਂ ਅਨੁਸਾਰ ਸੁਲਤਾਨਪੁਰ ਪਹੁੰਚੇ। ਜਿਸ ਵਾਰ ਸੁਲਤਾਨਪੁਰ ਪਹੁੰਚੇ, ਭੈਣ ਨਾਨਕੀ ਜੀ ਨੇ ਸਾਧ ਸੰਗਤ ਜੀ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਮਾਤਾ ਤ੍ਰਿਪਤਾ ਜੀ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਹਨਾਂ ਦੇ ਉੱਪਰ ਪਾਣੀ ਵਾਰ ਦਿੱਤਾ। ਅੱਜ ਵੀ ਮਾਵਾਂ ਵਾਰਦੀਆਂ ਹੀ, ਅੱਜ ਵੀ ਵਾਰਦੀਆਂ ਤੇ ਗਾਹਾਂ ਵੀ ਵਾਰਨਗੀਆਂ। ਜਿਸ ਵਕਤ ਮਾਤਾ ਦ੍ਰੋਪਦੀ ਨੂੰ ਵਿਆਹ ਕੇ ਕੌਂਤੀ ਦੇ ਕੋਲ ਪਹੁੰਚੇ ਤਾਂ ਉਸ ਵਕਤ ਕੌਂਤੀ ਨੇ ਵੀ ਇਹੀ ਮਰਜ਼ਾਦਾ ਰੱਖੀ ਸੀਗੀ। ਮਰਜ਼ਾਦਾ ਦੇ ਵਿੱਚ ਕੋਈ ਫਰਕ ਨਹੀਂ ਪਿਆ, ਭਾਵੇਂ ਕੋਈ ਮੰਨਿਓ ਤੇ ਭਾਵੇਂ ਕੋਈ ਭਾਈ ਨਾ ਮੰਨਿਓ, ਮਰਜ਼ਾਦਾ ਵਿੱਚ ਕੋਈ ਫਰਕ ਨਹੀਂ ਪੈਂਦਾ ਅੱਜ ਤੱਕ ਵੀ, ਨਾ ਪੈਣ ਦੀ ਆਸ ਹੀ ਆ। ਤੇ ਹੁਣ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਜਿਹੜੇ ਹੋਰ ਵੀ ਗਰੀਬ ਲੋਕ ਸਨ, ਦੇਵੀ ਦੇਵਤੇ ਪਹੁੰਚੇ ਹੋਏ ਸਨ ਬਰਾਤ ਦੇ ਰੂਪ ਦੇ ਵਿੱਚ, ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਦੀਆਂ ਇਸ ਤਰ੍ਹਾਂ ਵਡਿਆਈਆਂ ਸਿਫਤਾਂ ਕਰਦੇ ਹੁੰਦੇ ਹੋਏ ਆਪਣੀਆਂ ਪੁਰੀਆਂ ਨੂੰ ਰਵਾਨਗੀ ਕਰ ਰਹੇ ਹਨ। ਤੇ ਆਓ ਰਲ ਮਿਲ ਕੇ ਧਾਰਨਾ ਪੜੀਏ। ਬਾਬੇ ਨਾਨਕ ਦੀ ਹੋਵੇ ਜੈ ਜੈਕਾਰ ਜੀ, ਬਾਬੇ ਨਾਨਕ ਦੇ ਹੋਵੇ ਜੈ ਜੈਕਾਰ ਜੀ, ਬਾਬੇ ਨਾਨਕ ਦੇ ਹੋਵੇ ਜੈ ਜੈਕਾਰ ਜੀ, ਬਾਬੇ ਨਾਨਕ ਦੇ ਹੋਵੇ ਜੈ ਜੈਕਾਰ ਜੀ, 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 ਬਾਬੇ ਨਾਨਕ ਦੇ ਹੋਵੇ ਜੈ ਜੈਕਾਰ ਜੀ, ਬਾਬੇ ਨਾਨਕ ਦੇ ਹੋਵੇ ਜੈ ਜੈਕਾਰ ਜੀ, ਬਾਬੇ ਨਾਨਕ ਦੇ ਹੋਵੇ ਜੈ ਜੈਕਾਰ ਜੀ, ਬਾਬੇ ਨਾਨਕ ਦੀ ਹੋਵੇ ਜੈ ਜੈਕਾਰ ਜੀ। ਤਦ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕਈ ਨਾਉ ਨ ਜਾਣੈ ਮੇਰਾ, ਕੋਈ ਨਾਉ ਨਾ ਜਾਣਦਾ ਮੇਰਾ, ਸਭ ਵਡਿਆਈਆਂ ਨਾਉ ਨਾ ਜਾਣਦਾ ਮੇਰਾ, ਸਭ ਵਡਿਆਈਆਂ ਤੇਰੀਆਂ, ਕੋਈ ਨਾਉ ਨਾ ਜਾਣਦਾ ਮੇਰਾ, ਸਭ ਵਡਿਆਈਆਂ ਤੇਰੀਆਂ, ਕੋਈ ਨਾਉ ਨਾ ਜਾਣਦਾ ਮੇਰਾ, ਸਭ ਵਡਿਆਈਆਂ ਤੇਰੀਆਂ, 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 ਕੋਈ ਨਾਉ ਨਾ ਜਾਣਦਾ ਮੇਰਾ, ਸਭ ਵਡਿਆਈਆਂ, ਨਾਉ ਨਾ ਜਾਣਦਾ ਮੇਰਾ, ਸਭ ਵਡਿਆਈਆਂ ਤੇਰੀਆਂ, ਲੋਕ ਪਵਨ ਗੁਰੂ ਪਾਣੇ ਪਿਤਾ
ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਇ ਖਿਲ ਸਗਲ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੈ ਦੂਰ ਜਿਨੀ ਨਾਮ ਤੇ ਆਇਆ ਜੈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਰਤੀ ਛੁਟੀ ਨਾਲ